welcome back to my YouTube channel. My name is Amninder. I hope you all are doing great in your life and enjoying your life. So first of all, happy new year to all. ਤੁਹਾਡੇ ਲਈ ਇਹ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਤੇ ਸਾਰਿਆਂ ਦੇ ਸਾਰੇ ਡ੍ਰੀਮਸ ਪੂਰੇ ਹੋਣ। ਸੈਕੰਡਲੀ ਥੈਂਕ ਯੂ ਸੋ ਮਚ ਫॉर योर ਲਵ ਐਂਡ ਫॉर योर ਸਪੋਰਟ ਬਿਕਾਜ਼ ਮੇਰੇ ਚੈਨਲ ਨੂੰ 1 ਈਅਰ ਕੰਪਲੀਟ ਹੋ ਚੁੱਕਿਆ ਹੈ ਐਂਡ ਇਸ 1 ਈਅਰ ਦੇ ਵਿੱਚ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਬਹੁਤ ਸਾਰਾ ਮੇਰੇ ਵੀਡੀਓਜ਼ ਨੂੰ ਪਿਆਰ ਦਿੱਤਾ, ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਜਿਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਬਹੁਤ ਸਾਰੀਆਂ ਵੀਡੀਓਜ਼ ਬਣਾਉਣ ਦੇ ਲਈ ਐਂਡ ਨਵਾਂ ਕੰਟੈਂਟ ਤੁਹਾਡੇ ਲਈ ਲੈ ਕੇ ਆਉਣ ਦੇ ਲਈ। ਸੋ ਥੈਂਕ ਯੂ ਸੋ ਮਚ ਵਨਸ ਅਗੇਨ। ਇਸ ਤੋਂ ਇਲਾਵਾ ਜੇ ਮੈਂ ਅੱਜ ਦੇ ਟੌਪਿਕ ਦੀ ਗੱਲ ਕਰਾਂ ਤਾਂ ਤੁਹਾਨੂੰ ਟਾਈਟਲ ਦੇਖ ਕੇ ਪਤਾ ਹੀ ਲੱਗ ਗਿਆ ਹੋਊਗਾ ਕਿ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗੀ ਐਜੂਕੇਸ਼ਨ ਸਿਸਟਮ ਦੀ। ਸੋ ਆਲ ਯੂ ਨੋ ਦੈਟ ਕਿ ਮੈਂ ਇੱਥੇ ਸਟੂਡੈਂਟ ਵੀਜ਼ਾ ਤੇ ਆਈ ਹਾਂ ਮੀਨ ਸਬ ਕਲਾਸ 500 ਤੇ। ਸੋ ਇਟਸ ਵੈਰੀ ਇੰਪੋਰਟੈਂਟ ਟੂ ਟਾਕ ਅਬਾਊਟ ਐਜੂਕੇਸ਼ਨ ਸਿਸਟਮ ਐਂਡ ਆਲਸੋ ਦੀ ਡਿਫਰੈਂਸਿਸ ਬਿਟਵੀਨ ਦੀ ਐਜੂਕੇਸ਼ਨ ਸਿਸਟਮ ਆਫ ਆਸਟ੍ਰੇਲੀਆ ਐਂਡ ਇੰਡੀਆ, ਕਿਉਂਕਿ ਆਪਾਂ ਸਾਰੇ ਇੰਡੀਅਨਸ ਜ਼ਿਆਦਾਤਰ ਸਟੱਡੀ ਵੀਜ਼ਾ ਤੇ ਹੀ ਆਉਂਦੇ ਹਾਂ ਤੇ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਈਂਡ 'ਚ ਡਾਊਟ ਰਹਿੰਦੇ ਹੈਗੇ ਆ ਕਿ ਪਤਾ ਨਹੀਂ ਅਸੀਂ ਉੱਥੇ ਜਾ ਕੇ ਕਿਵੇਂ ਸਰਵਾਈਵ ਕਰਾਂਗੇ, ਉੱਥੋਂ ਦਾ ਐਜੂਕੇਸ਼ਨ ਸਿਸਟਮ ਕਿੱਦਾਂ ਦਾ ਹੋਊਗਾ। ਜਦੋਂ ਮੈਂ ਇੰਡੀਆ ਸੀ ਤਾਂ ਮੈਨੂੰ ਵੀ ਬਹੁਤ ਸਾਰੇ ਡਾਊਟ ਸੀਗੇ, ਬਹੁਤ ਸਾਰੇ ਕਿ ਵੈਸੇ ਸਾਰੇ ਡਾਊਟ ਹੀ ਡਾਊਟ ਸੀਗੇ, ਕੁਝ ਵੀ ਕਲੈਰਿਟੀ ਨਹੀਂ ਸੀਗੀ ਐਂਡ ਉਹ ਜਾਇਜ਼ ਵੀ ਹੁੰਦੀ ਹੈ ਕਿਉਂਕਿ ਇੱਥੋਂ ਦਾ ਐਜੂਕੇਸ਼ਨ ਸਿਸਟਮ ਕਾਫੀ ਡਿਫਰੈਂਟ ਹੈਗਾ ਇੰਡੀਆ ਦੇ ਨਾਲੋਂ। ਤਾਂ ਇਹ ਸਾਰੇ ਡਾਊਟਸ ਮੈਂ ਇਸ ਵੀਡੀਓ ਦੇ ਵਿੱਚ ਸਾਰੇ ਤੁਹਾਡੇ ਕੋਸ਼ਿਸ਼ ਕਰੂੰਗੀ ਕਿ ਸਾਰੇ ਕਲੀਅਰ ਹੋ ਜਾਣ ਬਿਕਾਜ਼ ਇਨ ਦਿਸ ਵੀਡੀਓ ਆਈ ਐਮ ਗੋਇੰਗ ਟੂ ਸ਼ੇਅਰ ਮਾਈ ਪਰਸਨਲ ਐਕਸਪੀਰੀਅੰਸਿਸ, ਮਾਈ ਸੁਜੈਸ਼ਨਸ, ਮਾਈ ਰੈਕਮੈਂਡੇਸ਼ਨਸ, ਮਾਈ ਵਿਊ ਪੁਆਇੰਟਸ ਰਿਗਾਰਡਿੰਗ ਐਜੂਕੇਸ਼ਨ। ਤਾਂ ਮੈਂ 1 ਈਅਰ ਦੇ ਵਿੱਚ ਜੋ ਕੁਝ ਫੇਸ ਕੀਤਾ ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤਾਂ ਕਿ ਤੁਸੀਂ ਪਹਿਲਾਂ ਤੋਂ ਹੀ ਇਹਨਾਂ ਚੀਜ਼ਾਂ ਲਈ ਅਵੇਅਰ ਹੋ ਜਾਓ ਐਂਡ ਕੀ ਰਿਐਲਿਟੀ ਹੈਗੀ ਹੈ ਇੱਥੇ ਉਹ ਵੀ ਕੋਸ਼ਿਸ਼ ਕਰੂੰਗੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਪਾਵਾਂ। ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਲੈਟਸ ਬਿਗਿਨ ਟੁਡੇਜ਼ ਵੀਡੀਓ। ਸੋ ਫਸਟ ਆਫ ਆਲ ਮੈਂ ਥੋੜਾ ਆਪਦੇ ਬਾਰੇ ਤੁਹਾਨੂੰ ਇੰਟਰੋ ਦੇ ਦਿੰਨੀ ਹੈਗੀ ਆ ਕਿ ਮੈਂ ਆਸਟ੍ਰੇਲੀਆ 'ਚ ਕਿੱਥੇ ਕਿਹੜੀ ਸਟੱਡੀ ਕਿਸ ਯੂਨੀਵਰਸਿਟੀ ਦੇ ਵਿੱਚ ਕਰ ਰਹੀ ਹੈਗੀ ਆ ਤਾਂ ਤੁਹਾਨੂੰ ਆਈਡੀਆ ਹੋ ਜਾਏਗਾ। ਵੈਸੇ ਮੈਂ ਪਹਿਲਾਂ ਵਾਲੀਆਂ ਵੀਡੀਓਜ਼ 'ਚ ਵੀ ਬਹੁਤ ਵਾਰ ਦੱਸਿਆ ਹੈਗਾ। ਸੋ ਮੈਂ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਮੀਨ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿ ਰਹੀ ਹੈਗੀ ਆ ਰਾਈਟ ਨਾਓ ਐਂਡ ਮੈਂ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਵਿੱਚ ਸਟੱਡੀ ਕਰ ਰਹੀ ਹੈਗੀ ਆ। ਮੇਰੀ ਜਿਹੜੀ ਸਟੱਡੀ ਆ ਉਹ ਹੈਗੀ ਆ ਮਾਸਟਰਸ ਡਿਗਰੀ ਐਂਡ ਮੇਰੇ ਕੋਰਸ ਦਾ ਜਿਹੜਾ ਨਾਮ ਹੈਗਾ ਉਹ ਹੈਗਾ ਮਾਸਟਰਸ ਆਫ ਐਜੂਕੇਸ਼ਨ ਟਿਸੋਲ। ਇਸ ਕੋਰਸ ਦਾ ਮਤਲਬ ਹੈਗਾ ਕਿ ਜਿਨ੍ਹਾਂ ਬੱਚਿਆਂ ਦੀ ਇੰਗਲਿਸ਼ ਫਸਟ ਲੈਂਗੁਏਜ ਨਹੀਂ ਹੈਗੀ ਜਾਂ ਜਿਨ੍ਹਾਂ ਦੀ ਇੰਗਲਿਸ਼ ਐਜ਼ ਅ ਫੋਰਨ ਲੈਂਗੁਏਜ ਹੈਗੀ ਆ ਉਹਨਾਂ ਬੱਚਿਆਂ ਨੂੰ ਆਪਾਂ ਕਿਵੇਂ ਕਿ ਪੜ੍ਹਾਉਣਾ ਹੈਗਾ ਜਾਂ ਉਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ, ਉਹ ਬੱਚੇ ਕਿਵੇਂ ਸਾਰੀਆਂ ਚੀਜ਼ਾਂ ਨਾਲ ਡੀਲ ਕਰਦੇ ਹੈਗੇ ਨੇ ਜਾਂ ਉਹਨਾਂ ਨੂੰ ਆਪਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਵੇਂ ਉਹਨਾਂ ਨਾਲ ਡੀਲ ਕਰ ਸਕਦੇ ਹੈਗੇ, ਕਿਵੇਂ ਉਹਨਾਂ ਨੂੰ ਪੜ੍ਹਾ ਸਕਦੇ ਹੈਗੇ ਆ। ਸੋ ਇਹ ਸਾਰਾ ਕੁਝ ਉਹਦੇ ਵਿੱਚ ਪੜ੍ਹਾਇਆ ਜਾਂਦਾ ਹੈ। ਮੇਰੀ ਵੀ ਇੰਗਲਿਸ਼ ਫਸਟ ਲੈਂਗੁਏਜ ਨਹੀਂ ਹੈਗੀ, ਤੁਹਾਡੇ ਸਾਰਿਆਂ ਦੀ ਵੀ ਆਫਕੋਰਸ ਨਹੀਂ ਹੋਊਗੀ। ਤਾਂ ਉਹਨਾਂ ਲੋਕਾਂ ਨੂੰ ਕੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਮੀਨਸ ਉਹ ਬਿਲਕੁਲ ਰੀਅਲ ਲਾਈਫ ਤੇ ਹੀ ਇਹ ਕੋਰਸ ਢੁਕਦਾ ਹੈਗਾ ਤਾਂ ਮੈਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਲੱਗਦਾ ਹੈਗਾ। ਮੇਰੀ ਜਿਹੜੀ ਫੀਸ ਹੈਗੀ ਆ ਇੱਕ ਸਮੈਸਟਰ ਦੀ ਉਹ ਵੇਰੀ ਕਰਦੀ ਹੁੰਦੀ ਆ $13,000 ਤੋਂ $16,000 ਤੱਕ ਐਂਡ ਇਹ ਵੇਰੀ ਇਸ ਕਰਕੇ ਕਰਦੀ ਹੈਗੀ ਆ ਕਿ ਮੈਨੂੰ ਫਸਟ ਈਅਰ ਦੇ ਵਿੱਚ ਸਕਾਲਰਸ਼ਿਪ ਮਿਲੀ ਸੀ। ਜਦੋਂ ਆਪਾਂ ਨੂੰ ਸਕਾਲਰਸ਼ਿਪ ਮਿਲਦੀ ਆ ਤਾਂ ਆਪਣੀ ਫੀਸ ਘੱਟ ਜਾਂਦੀ ਆ। ਸਕਾਲਰਸ਼ਿਪ ਆ ਉਹ ਡਿਪੈਂਡ ਕਰਦੀ ਹੈਗੀ ਆ ਕੋਰਸ ਟੂ ਕੋਰਸ। ਕਈ ਕੋਰਸ ਦੇ ਵਿੱਚ ਤਾਂ ਸਿਰਫ ਇੱਕ ਸਮੈਸਟਰ ਤੇ ਹੀ ਆਪਾਂ ਨੂੰ ਸਕਾਲਰਸ਼ਿਪ ਮਿਲਦੀ ਆ, ਕਈ ਕੋਰਸਿਸ ਇਦਾਂ ਨੇ ਜਿਹੜੇ ਆਪਾਂ ਨੂੰ 1 ਈਅਰ ਤੱਕ ਦੀ ਸਕਾਲਰਸ਼ਿਪ ਦਿੰਦੇ ਨੇ। ਇਸ ਤੋਂ ਇਲਾਵਾ ਜਿਹੜੀ ਸਕਾਲਰਸ਼ਿਪ ਆਪਾਂ ਨੂੰ ਸੈਕੰਡ ਈਅਰ ਦੇ ਵਿੱਚ ਮਿਲਦੀ ਆ ਜਾਂ ਆਪਾਂ ਸੈਕੰਡ ਸਮੈਸਟਰ ਦੇ ਵਿੱਚ ਲੈਣੀ ਹੁੰਦੀ ਆ ਉਹ ਡਿਪੈਂਡ ਕਰਦੀ ਆ ਆਪਣੇ ਗ੍ਰੇਡਸ ਦੇ ਉੱਪਰ। ਅਗਰ ਆਪਣੇ ਗ੍ਰੇਡਸ ਚੰਗੇ ਆਉਂਦੇ ਨੇ ਆਪਣਾ ਡੀ ਗ੍ਰੇਡ ਆਉਂਦਾ ਹੈਗਾ ਜਾਂ ਫਿਰ ਸੀ ਗ੍ਰੇਡ ਆਉਂਦਾ ਜਾਂ ਫਿਰ ਇਸ ਤੋਂ ਵੀ ਹਾਇਰ ਲੈਵਲ ਐਚਡੀ ਗ੍ਰੇਡ ਆਉਂਦਾ ਤਾਂ ਉਹਦੇ ਨਾਲ ਆਪਾਂ ਆਪਣੀ ਸਕਾਲਰਸ਼ਿਪ ਨੂੰ ਮੇਨਟੇਨ ਕਰਕੇ ਰੱਖ ਸਕਦੇ ਆ। ਤਾਂ ਇਹ ਕੋਈ ਪੱਕਾ ਨਹੀਂ ਹੈਗਾ ਕਿ ਇਸ ਕੋਰਸ ਦੇ ਵਿੱਚ ਤੁਹਾਨੂੰ 1 ਈਅਰ ਹੀ ਸਕਾਲਰਸ਼ਿਪ ਮਿਲੇਗੀ ਜਾਂ ਕਿੱਦਾਂ। ਇਸ ਤੋਂ ਇਲਾਵਾ ਜਿਹੜੇ ਇੱਥੇ ਐਗਜ਼ਾਮਸ ਦਾ ਸਿਸਟਮ ਹੁੰਦਾ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਆਪਾਂ ਨੂੰ 20%, 30%, 40% ਇੱਦਾਂ ਮਾਰਕਸ ਦਿੱਤੇ ਜਾਂਦੇ ਨੇ, ਉਹ ਗ੍ਰੇਡ ਸਿਸਟਮ ਹੁੰਦਾ। ਤਾਂ ਗ੍ਰੇਡ ਸਿਸਟਮ ਦੇ ਵਿੱਚ ਮੈਨੂੰ ਲੱਗਦਾ ਕਿ ਤੁਹਾਨੂੰ ਥੋੜਾ ਜਿਹਾ ਇੱਦਾਂ ਕਨਫਿਊਜ਼ਨ ਹੋਈ ਹੋਊਗੀ ਜਦੋਂ ਮੈਂ ਡੀ ਗ੍ਰੇਡ ਬੋਲਿਆ। ਸੋ ਇੱਥੇ ਕੀ ਹੁੰਦਾ ਕਿ ਸਭ ਤੋਂ ਹਾਈਐਸਟ ਗ੍ਰੇਡ ਜਿਹੜਾ ਹੁੰਦਾ ਉਹ ਐਚਡੀ ਗ੍ਰੇਡ ਹੁੰਦਾ। ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਜਿਹੜਾ ਗ੍ਰੇਡ ਹੁੰਦਾ ਉਹ ਡੀ ਗ੍ਰੇਡ ਹੁੰਦਾ, ਥਰਡ ਤੇ ਸੀ ਗ੍ਰੇਡ ਹੁੰਦਾ ਜਿਹਨੂੰ ਕ੍ਰੈਡਿਟ ਬੋਲਦੇ ਹੈਗੇ ਆ। ਇਸ ਤੋਂ ਬਾਅਦ ਫਿਰ P1 ਗ੍ਰੇਡ ਆਉਂਦਾ, ਫਿਰ P2 ਗ੍ਰੇਡ ਆਉਂਦਾ, ਫਿਰ F1 ਆਉਂਦਾ, ਫਿਰ F2 ਆਉਂਦਾ। ਇੰਨੇ ਸਾਰੇ ਗ੍ਰੇਡਸ ਹੁੰਦੇ ਆ। ਸੋ ਇਹਨਾਂ ਗ੍ਰੇਡਸ ਦੇ ਬੇਸਿਸ ਤੇ ਹੀ ਆਪਣੀ ਜਿਹੜੀ ਹੈਗੀ ਆ ਮਾਰਕਿੰਗ ਹੁੰਦੀ ਆ। ਸੋ ਜਿਹੜੀ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਇਹ ਵਾਲੀ ਜਿਹੜੀ ਯੂਨੀਵਰਸਿਟੀ ਹੈ ਇਹ ਲੈਵਲ 1 ਯੂਨੀਵਰਸਿਟੀ ਹੈਗੀ ਆ ਐਂਡ ਇਹਦੇ ਵਿੱਚ ਹੀ ਮੈਂ ਸਟਿਲ ਸਟੱਡੀ ਕਰ ਰਹੀ ਹਾਂ। ਮੈਂ ਕੋਈ ਕੋਰਸ ਚੇਂਜ ਨਹੀਂ ਕੀਤਾ ਹੈਗਾ ਜਾਂ ਫਿਰ ਮੈਂ ਕੋਈ ਆਪਦਾ ਯੂਨੀਵਰਸਿਟੀ ਤੋਂ ਕਾਲਜ ਨਹੀਂ ਗਈ ਹੈਗੀ। ਇੱਥੇ ਜਿਹੜੀ ਜ਼ਿਆਦਾਤਰ ਯੂਨੀਵਰਸਿਟੀਜ਼ ਦੀ ਫੀਸ ਆ ਉਹਦੇ ਬਾਰੇ ਵੀ ਕਾਫੀ ਬੱਚੇ ਪੁੱਛਦੇ ਨੇ। ਉਹਨਾਂ ਦੀ ਫੀਸ ਵੀ ਬਾਕੀ ਯੂਨੀਵਰਸਿਟੀਜ਼ ਦੀ ਵੀ ਤੇ ਇਸ ਯੂਨੀਵਰਸਿਟੀ ਦੀ ਫੀਸ ਹਰੇਕ ਕੋਰਸ ਦੀ ਹੀ ਵੇਰੀ ਕਰਦੀ ਆ। $13,000 ਤੋਂ ਲੈ ਕੇ $17,000 ਤੱਕ ਵੇਰੀ ਕਰਦੀ ਆ ਇੱਕ ਸਮੈਸਟਰ ਦੀ। ਬਟ ਜੇ ਮੈਂ ਕਾਲਜਿਸ ਦੀ ਗੱਲ ਕਰਾਂ ਉਹਨਾਂ ਦੀ ਫੀਸ ਐਜ਼ ਕੰਪੇਅਰ ਟੂ ਯੂਨੀਵਰਸਿਟੀਜ਼ ਘੱਟ ਹੁੰਦੀ ਆ। ਉਹਨਾਂ ਦੀ ਫੀਸ ਲਗਭਗ
$8,000 ਹੁੰਦੀ ਆ ਜਾਂ $9,000 ਹੁੰਦੀ ਆ। ਬਾਕੀ ਡਿਪੈਂਡ ਕਰਦਾ ਕਿ ਤੁਹਾਡਾ ਟ੍ਰੇਡ ਕੋਰਸ ਆ ਜਾਂ ਤੁਸੀਂ ਡਿਪਲੋਮਾ ਕਰ ਰਹੇ ਹੋ ਜਾਂ ਕੀ ਕਰ ਰਹੇ ਹੋ, ਬਟ ਯੂਨੀਵਰਸਿਟੀਜ਼ ਦੇ ਨਾਲੋਂ ਘੱਟ ਹੁੰਦੀ ਆ। ਇਸ ਤੋਂ ਇਲਾਵਾ ਇੱਥੇ ਯੂਨੀਵਰਸਿਟੀਜ਼ ਦੇ ਵਿੱਚ ਬੱਚੇ ਐਡਮਿਸ਼ਨ ਕਿਉਂ ਲੈਂਦੇ ਨੇ ਐਜ਼ ਕੰਪੇਅਰ ਟੂ ਕਾਲਜਿਸ, ਉਹ ਇਸ ਕਰਕੇ ਹੁੰਦਾ ਹੈਗਾ ਕਿ ਯੂਨੀਵਰਸਿਟੀਜ਼ ਦੇ ਵਿੱਚ ਜਿਹੜਾ ਵੀਜ਼ਾ ਆਉਣ ਦੇ ਚਾਂਸਸ ਹੁੰਦੇ ਆ ਉਹ ਵੱਧ ਜਾਂਦੇ ਨੇ। ਮਤਲਬ ਕਿ ਅਗਰ ਤੁਹਾਨੂੰ ਕਿਸੇ ਵੀ ਯੂਨੀਵਰਸਿਟੀ ਨੇ ਇੱਕ ਵਾਰੀ ਆਫਰ ਲੈਟਰ ਦੇਤਾ ਤਾਂ ਐਮਬੈਸੀ ਉਸ ਚੀਜ਼ ਨੂੰ ਰਿਜੈਕਟ ਨਹੀਂ ਕਰ ਪਾਊਗੀ, ਕਿਉਂਕਿ ਇੱਥੇ ਜਿੰਨੇ ਵੀ ਫੰਡਸ ਚੈੱਕ ਹੋਣੇ ਨੇ ਜਾਂ ਫਿਰ ਤੁਹਾਡੀ ਪ੍ਰੋਫਾਈਲ ਚੈੱਕ ਹੋਣੀ ਆ ਉਹ ਪਹਿਲਾਂ ਯੂਨੀਵਰਸਿਟੀ ਹੀ ਚੈੱਕ ਕਰਦੀ ਆ, ਉਹਦੇ ਬੇਸਿਸ ਤੇ ਹੀ ਫਿਰ ਤੁਹਾਨੂੰ ਆਫਰ ਲੈਟਰ ਮਿਲਦਾ। ਅਗਰ ਤੁਹਾਨੂੰ ਇੱਕ ਵਾਰੀ ਆਫਰ ਲੈਟਰ ਮਿਲ ਗਿਆ, ਇੱਕ ਵਾਰੀ COE ਮਿਲ ਗਈ, ਤਾਂ ਉਹਦੇ ਵਿੱਚ 95% ਚਾਂਸਸ ਬਣ ਜਾਂਦੇ ਨੇ ਕਿ ਤੁਹਾਡਾ ਵੀਜ਼ਾ ਆਊਗਾ ਹੀ ਆਊਗਾ। ਸੋ ਯੂਨੀਵਰਸਿਟੀਜ਼ ਦਾ ਇੰਨਾ ਜ਼ਿਆਦਾ ਸਟੈਂਡਰਡ ਹੈਗਾ ਆਸਟ੍ਰੇਲੀਆ ਦੇ ਵਿੱਚ, ਬਟ ਕਾਲਜਿਸ ਨੂੰ ਲੈ ਕੇ ਮਤਲਬ ਵੀਜ਼ਾ ਸ਼ੋਰ ਨਹੀਂ ਹੁੰਦਾ, 50-50 ਚਾਂਸਸ ਹੁੰਦੇ ਆ ਵੀ ਸਕਦਾ ਨਹੀਂ ਵੀ ਆ ਸਕਦਾ, ਤਾਂ ਉਹਦੇ ਵਿੱਚ ਸ਼ਿਓਰਿਟੀ ਨਹੀਂ ਹੁੰਦੀ। ਇਸੇ ਕਰਕੇ ਜ਼ਿਆਦਾ ਬੱਚੇ ਜਾਂ ਜ਼ਿਆਦਾ ਜਿਹੜੇ ਆਪਣੇ ਏਜੰਟਸ ਨੇ ਉਹ ਯੂਨੀਵਰਸਿਟੀਜ਼ ਦੇ ਵਿੱਚ ਹੀ ਆਪਣੇ ਆਫਰ ਲੈਟਰਸ ਜਿਹੜੇ ਆ ਉਹ ਲੈਂਦੀਆਂ ਨੇ, ਕਿਉਂਕਿ ਉਹਦੇ ਵਿੱਚ ਚਾਂਸਸ ਜ਼ਿਆਦਾ ਹੁੰਦੇ ਨੇ। ਅਗਰ ਤੁਹਾਡਾ ਪ੍ਰੋਫਾਈਲ ਅੱਛੀ ਨਹੀਂ, ਤੁਹਾਡੇ ਮਤਲਬ ਕਿ ਫੰਡਸ ਅੱਛੇ ਨਹੀਂ, ਤਾਂ ਤੁਹਾਨੂੰ ਯੂਨੀਵਰਸਿਟੀ COE ਜਾਂ ਆਫਰ ਲੈਟਰ ਹੀ ਨਹੀਂ ਦਊਗੀ, ਤਾਂ ਉੱਥੇ ਹੀ ਉਹ ਰਿਜੈਕਟ ਕਰ ਦਿੰਦੀ ਆ। ਇਹ ਨਹੀਂ ਹੈਗਾ ਕਿ ਜਿਵੇਂ ਕੈਨੇਡਾ ਦੇ ਵਿੱਚ ਹੁੰਦਾ ਕਿ ਸਾਰਾ ਪ੍ਰੋਫਾਈਲ ਦਾ ਪ੍ਰੋਸੈਸ ਹੋ ਗਿਆ, ਇਸ ਤੋਂ ਬਾਅਦ ਤੁਹਾਡੀ ਫੀਸ ਵੀ ਭਰੀ ਗਈ ਤੇ ਇਨ ਦੀ ਐਂਡ ਤੁਹਾਨੂੰ ਰਿਜੈਕਸ਼ਨ ਮਿਲ ਜੂਗੀ। ਇੱਥੇ ਅਗਰ ਤੁਹਾਡਾ ਕੁਝ ਵੀ ਰਿਜੈਕਟ ਹੋਣਾ ਤਾਂ ਆਫਰ ਲੈਟਰ ਹੀ ਨਹੀਂ ਆਊਗਾ, ਤਾਂ ਉਹ ਪਹਿਲੀਆਂ 'ਚ ਹੀ ਰਿਜੈਕਟ ਕਰ ਦਿੰਦਾ। ਨੈਕਸਟ ਇੱਥੇ ਜ਼ਿਆਦਾਤਰ ਕੀ ਹੁੰਦਾ ਕਿ ਬੱਚੇ ਪਹਿਲਾਂ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈ ਕੇ ਆ ਜਾਂਦੇ ਨੇ, ਫਿਰ ਇਸ ਤੋਂ ਬਾਅਦ ਉਹ ਕੋਰਸ ਚੇਂਜ ਕਰਵਾ ਕੇ ਕਾਲਜਿਸ ਦੇ ਵਿੱਚ ਚਲੇ ਜਾਂਦੇ ਨੇ। ਉਹਦਾ ਕੀ ਮਤਲਬ ਕੇਸ ਬਣਦਾ ਹੈਗਾ, ਕਈ ਵਾਰੀ ਕੀ ਹੁੰਦਾ ਕਿ ਕਈ ਕੋਰਸਿਸ ਇਦਾਂ ਦੇ ਹੁੰਦੇ ਨੇ ਜਿਹੜੇ ਕਿ PR ਲਿਸਟ ਦੇ ਵਿੱਚ ਨਹੀਂ ਹੁੰਦੇ ਹੈਗੇ। ਸੋ ਇੱਥੇ ਹਰ ਈਅਰ SOL ਲਿਸਟ ਆਉਂਦੀ ਆ। SOL ਲਿਸਟ ਮੀਨਸ ਜਿਹਦੇ ਵਿੱਚ ਕੀ ਪ੍ਰੋਪਰ ਮਤਲਬ ਆਕੂਪੇਸ਼ਨ ਲਿਸਟ ਹੁੰਦੀ ਆ, ਜਿਹਦੇ ਵਿੱਚ ਦੱਸਿਆ ਜਾਂਦੇ ਨੇ ਕਿ ਇਹ ਜਿਹੜਾ ਕੋਰਸ ਹੈਗਾ, ਇਸ ਕੋਰਸ ਦੇ ਵਿੱਚ ਅਗਰ ਤੁਸੀਂ ਇੰਨਾ ਐਕਸਪੀਰੀਅੰਸ ਲੈਣੇ ਹੈਗੇ ਹੋ ਤਾਂ ਇਸ ਤੋਂ ਬਾਅਦ ਤੁਸੀਂ ਮਤਲਬ ਕਿ 491 ਵੀਜ਼ਾ ਜਾਂ 190 ਵੀਜ਼ਾ, ਜਿਨ੍ਹਾਂ ਨੂੰ PR ਵੀਜ਼ਾਸ ਬੋਲਦੇ ਨੇ, ਉਹ ਤੁਸੀਂ ਮਤਲਬ ਕਿ ਇਨਵੀਟੇਸ਼ਨ ਪਾ ਸਕਦੇ ਹੈਗੇ ਹੋ ਜਾਂ ਉਹ ਵੀਜ਼ਾਸ ਤੁਸੀਂ ਲੈ ਸਕਦੇ ਹੈਗੇ ਹੋ। ਤਾਂ ਕਈ ਕੋਰਸਿਸ ਕੀ ਹੁੰਦੇ ਨੇ ਕਿ ਇੰਡੀਆ ਦੇ ਵਿੱਚ ਜਦੋਂ ਆਪਾਂ ਆਫਰ ਲੈਟਰ ਲੈਂਦੇ ਆ ਯੂਨੀਵਰਸਿਟੀ ਦੇ ਵਿੱਚ ਜਾਂ ਕਈ ਕੋਰਸਿਸ ਦੇ ਵਿੱਚ ਅਗਰ ਆਪਾਂ ਐਡਮਿਸ਼ਨ ਲੈਂਦੇ ਆ ਤਾਂ ਉਸ ਟਾਈਮ ਉਹ ਕੋਰਸਿਸ PR ਲਿਸਟ ਦੇ ਵਿੱਚ ਨਹੀਂ ਹੁੰਦੇ, ਬਟ ਐਟ ਦੀ ਸੇਮ ਟਾਈਮ ਉਹ ਕੋਰਸਿਸ ਮਤਲਬ ਇੰਨੇ ਕਿ ਜ਼ਿਆਦਾ ਉਹਦਾ ਸਕਸੈਸ ਰੇਟ ਹੁੰਦਾ ਕਿ ਆਪਣੇ ਵੀਜ਼ਾ ਆਉਣ ਦੇ ਚਾਂਸਸ ਵੱਧ ਜਾਂਦੇ ਨੇ। ਤਾਂ ਉੱਥੇ ਕਈ ਵਾਰੀ ਏਜੰਟਸ ਕੀ ਕਰਦੇ ਨੇ ਕਿ ਉਹ ਵੀਜ਼ਾ ਦੇ ਸਕਸੈਸ ਰੇਟ ਦੇਖਦੇ ਨੇ ਕਿ ਸਾਡਾ ਇਹਦੇ ਵਿੱਚ ਵੀਜ਼ਾ ਆ ਜਾਏਗਾ। ਉਹ ਡਿਪੈਂਡ ਨਹੀਂ ਕਰਦਾ ਕਿ ਉਹ ਕੋਰਸ PR ਲਿਸਟ 'ਚ ਹੈ ਕਿ ਨਹੀਂ। ਇੱਕ ਵਾਰੀ ਬੱਚਾ ਆਸਟ੍ਰੇਲੀਆ ਚਲਾ ਜਾਊਗਾ, ਇਸ ਤੋਂ ਬਾਅਦ ਦੀ ਗੱਲ ਬਾਅਦ ਦੇ ਵਿੱਚ ਰਹਿ ਜੂਗੀ। ਤਾਂ ਇਸ ਕਰਕੇ ਉਹ ਬੱਚੇ ਮਤਲਬ ਕਿ ਉਹਨਾਂ ਕੋਰਸਿਸ ਦੇ ਵਿੱਚ ਆ ਜਾਂਦੇ ਨੇ, ਬਟ ਇੱਥੇ ਆ ਕੇ ਜਦੋਂ ਉਹ ਚੀਜ਼ ਆਉਂਦੀ ਹੈ ਕਿ ਇਹ PR ਲਿਸਟ ਦੇ ਵਿੱਚ ਨਹੀਂ ਹੈਗਾ ਤਾਂ ਫਿਰ ਬੱਚੇ ਜਿਹੜੇ ਨੇ ਉਹ ਕੋਰਸ ਚੇਂਜ ਕਰ ਲੈਂਦੇ ਨੇ। ਤਾਂ ਕੋਰਸ ਜਿਹੜਾ ਚੇਂਜ ਕਰਦੇ ਨੇ, ਕਈ ਬੱਚੇ ਤਾਂ ਯੂਨੀ ਟੂ ਯੂਨੀ ਹੀ ਰਹਿ ਜਾਂਦੇ ਨੇ ਤੇ ਕਈ ਕਾਲਜਿਸ ਦੇ ਵਿੱਚ ਲੈ ਲੈਂਦੇ ਨੇ। ਯੂਨੀ ਤੋਂ ਯੂਨੀ ਦੇ ਵਿੱਚ ਇਸ ਕਰਕੇ ਕਿਉਂਕਿ ਕਈਆਂ ਨੂੰ ਹੁੰਦਾ ਕਿ ਸਾਡਾ ਲਾਈਕ ਥੋੜਾ ਸਟੈਂਡਰਡ ਹਾਈ ਹੋਵੇ, ਅਸੀਂ ਥੋੜਾ ਵਧੀਆ ਪੜ੍ਹੀਏ, ਹਨਾ, ਮੈਂ ਯੂਨੀਵਰਸਿਟੀ ਦੇ ਵਿੱਚ ਹੀ ਪੜ੍ਹਨਾ ਹੈਗਾ। ਜਾਂ ਫਿਰ ਕਈ ਕੋਰਸਿਸ ਕਾਲਜਿਸ ਦੇ ਵਿੱਚ ਹੁੰਦੇ ਹੀ ਨਹੀਂ ਗੇ, ਯੂਨੀਵਰਸਿਟੀਜ਼ ਦੇ ਵਿੱਚ ਹੀ ਹੁੰਦੇ ਆ, ਇਸੇ ਕਰਕੇ ਉਹ ਯੂਨੀਵਰਸਿਟੀਜ਼ ਦੇ ਵਿੱਚ ਹੀ ਚੇਂਜ ਕਰਵਾ ਲੈਂਦੇ ਨੇ। ਕਈ ਕਾਲਜਿਸ ਦੇ ਵਿੱਚ ਚੇਂਜ ਕਰਵਾ ਲੈਂਦੇ ਨੇ ਕਿਉਂਕਿ ਯੂਨੀਵਰਸਿਟੀਜ਼ ਦੀ ਫੀਸ ਹਾਈ ਹੁੰਦੀ ਆ, ਕਾਲਜਿਸ ਨਾਲੋਂ ਕਾਲਜਿਸ ਦੀ ਫੀਸ ਬਹੁਤ ਘੱਟ ਹੁੰਦੀ ਹੈ ਤੇ ਕਾਲਜਿਸ ਸਟ੍ਰਿਕਟ ਵੀ ਨਹੀਂ ਹੁੰਦੇ ਐਜ਼ ਕੰਪੇਅਰ ਟੂ ਯੂਨੀਵਰਸਿਟੀਜ਼। ਯੂਨੀਵਰਸਿਟੀਜ਼ ਦੇ ਵਿੱਚ ਇੱਥੇ ਆਸਟ੍ਰੇਲੀਆ ਦੇ ਵਿੱਚ ਪੜ੍ਹਨਾ ਬਹੁਤ ਹੀ ਜ਼ਿਆਦਾ ਟਫ ਹੈਗਾ ਕਿਉਂਕਿ ਉਹਨਾਂ ਦੇ ਸਟੈਂਡਰਡਸ, ਉਹਨਾਂ ਦੇ ਅਸਾਈਨਮੈਂਟਸ ਦੇ ਸਟੈਂਡਰਡਸ ਬਹੁਤ ਹਾਈ ਹੁੰਦੇ ਨੇ। ਇਸੇ ਵਜ੍ਹਾ ਕਰਕੇ ਵੀ ਸਟੂਡੈਂਟਸ ਜਿਹੜੇ ਨੇ ਉਹ ਆਪਦਾ ਕੋਰਸ ਚੇਂਜ ਕਰ ਲੈਂਦੇ ਨੇ। ਸੋ ਫਸਟ ਆਫ ਆਲ ਫੀਸ ਕਰਕੇ ਕਰ ਲੈਂਦੇ ਨੇ, ਸੈਕਿੰਡ ਉਹ PR ਲਿਸਟ ਦੇ ਵਿੱਚ ਨਹੀਂ ਹੁੰਦਾ ਇਸ ਕਰਕੇ ਵੀ ਕਰ ਲੈਂਦੇ ਨੇ, ਥਰਡਲੀ ਜਿਹੜੇ ਕਾਲਜਿਸ ਹੁੰਦੇ ਨੇ ਉਹ ਸਟ੍ਰਿਕਟ ਨਹੀਂ ਹੁੰਦੇ ਯੂਨੀਵਰਸਿਟੀਜ਼ ਨਾਲੋਂ ਕਿਉਂਕਿ ਯੂਨੀਵਰਸਿਟੀਜ਼ ਦੇ ਵਿੱਚ ਲੈਕਚਰਸ ਵੀ ਲਗਾਉਣੇ ਪੈਂਦੇ ਨੇ, ਅਸਾਈਨਮੈਂਟਸ ਵੀ ਬਣਾਉਣੀਆਂ ਪੈਂਦੀਆਂ ਨੇ, ਪਰ ਉਹ ਕਾਲਜਿਸ ਦੇ ਵਿੱਚ ਇੰਨਾ ਜ਼ਿਆਦਾ ਕੁਝ ਨਹੀਂ ਕਰਨਾ ਪੈਂਦਾ, ਇਸ ਕਰਕੇ ਚੇਂਜ ਕਰ ਲੈਂਦੇ ਨੇ। ਇਸ ਤੋਂ ਇਲਾਵਾ ਕਈ ਵਾਰੀ ਇਹ ਕੇਸ ਵੀ ਹੁੰਦਾ ਕਿ ਕਈ ਵਾਰੀ ਕੋਈ ਕੋਰਸ PR ਲਿਸਟ ਦੇ ਵਿੱਚ ਹੁੰਦਾ ਤਾਂ ਹੈ ਪਰ ਉਹਦਾ ਐਕਸਪੀਰੀਅੰਸ ਗੇਨ ਕਰਨਾ ਟਫ ਹੁੰਦਾ ਕਈ ਕੋਰਸਿਸ ਦਾ, ਤਾਂ ਇਸ ਕਰਕੇ ਵੀ ਬੱਚੇ ਚੇਂਜ ਕਰ ਲੈਂਦੇ ਨੇ ਕਿਉਂਕਿ ਇੱਥੇ ਆ ਕੇ ਇਹ ਸਾਰੀਆਂ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਨੇ ਕਿ ਕੋਰਸ PR 'ਚ ਹੈ ਜਾਂ ਉਹਦਾ ਐਕਸਪੀਰੀਅੰਸ ਬਣਾਉਣਾ ਈਜ਼ੀ ਹੈਗਾ ਜਾਂ ਫਿਰ ਸਾਨੂੰ ਕਿੰਨੇ ਟਾਈਮ ਦਾ ਐਕਸਪੀਰੀਅੰਸ ਬਣਾਉਣਾ ਪਊਗਾ, ਇਹ ਸਾਰੀਆਂ ਚੀਜ਼ਾਂ ਵੀ ਮੈਟਰ ਕਰਦੀਆਂ ਹੈਗੀਆਂ ਨੇ। ਬਟ ਇੱਥੇ ਇੱਕ ਬਹੁਤ ਹੀ ਜ਼ਰੂਰੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਦੋਂ ਹੀ ਤੁਸੀਂ ਲਾਈਕ ਇੱਥੇ ਆਉਂਦੇ ਹੈਗੇ ਹੋ ਆਸਟ੍ਰੇਲੀਆ ਦੇ ਵਿੱਚ ਤਾਂ ਆਉਣ ਸਾਰ ਤੁਸੀਂ ਅਲੱਗ-ਅਲੱਗ ਏਜੰਟਸ ਤੋਂ ਪਲੀਜ਼ ਸਲਾਹ ਲਓ ਕਿ ਤੁਹਾਨੂੰ ਕੀ ਕਰਨਾ ਚਾਹੀਦਾ, ਤੁਹਾਡਾ ਕੋਰਸ ਮਤਲਬ ਲਿਸਟ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ। ਐਂਡ ਇੱਥੇ ਇੱਕ ਚੀਜ਼ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਇਕੱਲਾ ਏਜੰਟਸ ਦੇ ਭਰੋਸੇ ਵੀ ਨਹੀਂ ਰਹਿਣਾ ਹੈਗਾ, ਤੁਸੀਂ ਖੁਦ ਦਾ ਦਿਮਾਗ ਲਗਾ ਕੇ ਵੀ ਸਾਰੀਆਂ ਲਿਸਟ ਚੈੱਕ ਕਰਨੀਆਂ ਨੇ,
ਸਾਰਾ ਕੁਝ ਚੈੱਕ ਕਰਨਾ ਹੈ, ਅਲੱਗ-ਅਲੱਗ ਏਜੰਟਸ ਤੋਂ ਅਲੱਗ-ਅਲੱਗ ਤਰੀਕਿਆਂ ਦੇ ਮਤਲਬ ਕੁਐਸਚਨਸ ਪੁੱਛਣੇ ਨੇ ਜੋ ਵੀ ਤੁਹਾਡੇ ਮਾਈਂਡ ਦੇ ਵਿੱਚ ਆਉਂਦੇ ਨੇ, ਕਿਉਂਕਿ ਕਈ ਵਾਰੀ ਕਈ ਏਜੰਟਸ ਕੀ ਕਰਦੇ ਨੇ ਕਿ ਉਹ ਤੁਹਾਨੂੰ ਆਪਦੀ ਮਰਜ਼ੀ ਵਾਲੇ ਜਾਂ ਜਿਨ੍ਹਾਂ 'ਚ ਉਹਨਾਂ ਨੂੰ ਫਾਇਦਾ ਹੁੰਦਾ ਇੱਥੇ ਵੀ ਉਹ ਤੁਹਾਨੂੰ ਉਹ ਵਾਲੇ ਕੋਰਸ ਗਾਈਡ ਕਰ ਦਿੰਦੇ ਨੇ, ਠੀਕ ਹੈ। ਇਨ ਦੀ ਐਂਡ ਆਪਾਂ ਨੂੰ ਲੱਗਦਾ ਕਿ ਉਹ ਚੀਜ਼ਾਂ ਆਪਣੇ ਲਈ ਫਾਇਦੇਮੰਦ ਹੁੰਦੀਆਂ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੇ ਪਹਿਲਾਂ ਹੀ ਕਾਲਜਿਸ ਵਾਲਿਆਂ ਦੇ ਨਾਲ ਪਹਿਲਾਂ ਹੀ ਮਤਲਬ ਉਹਨਾਂ ਦਾ ਕਨੈਕਸ਼ਨ ਹੁੰਦਾ ਕਿ ਉਹਦੇ ਵਿੱਚੋਂ ਉਹ ਕੁਝ ਪੈਸੇ ਉਹਨਾਂ ਨੂੰ ਪ੍ਰੋਫਿਟ ਹੋ ਜਾਏਗਾ, ਇਸ ਕਰਕੇ ਵੀ ਉਹ ਤੁਹਾਨੂੰ ਕਈ ਕੋਰਸਿਸ ਦਵਾ ਦਿੰਦੇ ਨੇ। ਤਾਂ ਪਲੀਜ਼ ਏਜੰਟਸ ਦੇ ਮਗਰ ਵੀ ਨਹੀਂ ਲੱਗਣਾ ਹੈਗਾ, ਥੋੜਾ ਤੁਸੀਂ ਆਪ ਦਾ ਵੀ ਸੋਚਣਾ ਹੈਗਾ। ਸੈਕੰਡਲੀ ਇਹ ਚੀਜ਼ ਵੀ ਯਾਦ ਰੱਖਿਓ ਕਿ ਜਿਸ ਚੀਜ਼ ਦੇ ਵਿੱਚ ਤੁਸੀਂ ਪ੍ਰੋਫੈਸ਼ਨਲ ਹੈਗੇ ਹੋ, ਜਿਸ ਦੇ ਵਿੱਚ ਤੁਸੀਂ ਆਪਦਾ ਕਰੀਅਰ ਬਣਾਉਣਾ ਚਾਹੁੰਦੇ ਹੈਗੇ ਹੋ, ਉਹ ਕੋਰਸਿਸ ਲੈਣ ਦਾ ਹੀ ਫਾਇਦਾ ਹੈਗਾ। ਅਗਰ ਉਹਦੇ ਵਿੱਚ ਹੀ ਤੁਸੀਂ ਫਰਦਰ ਸਟੱਡੀ ਕਰਦੇ ਹੋ ਚੰਗੇ ਤਰੀਕੇ ਦੇ ਨਾਲ, ਉਹਦੇ ਵਿੱਚ ਹੀ ਤੁਸੀਂ ਐਕਸਪੀਰੀਅੰਸ ਗੇਨ ਕਰਦੇ ਹੋ, ਤਾਂ ਉਹ ਤੁਹਾਡਾ ਲਾਈਫ ਬਣਾ ਦੇਗਾ। ਪਰ ਪਲੀਜ਼ ਇਸ ਗੱਲ ਤੱਕ ਸੀਮਿਤ ਨਾ ਰਹੋ ਕਿ ਤੁਸੀਂ ਸਿਰਫ PR ਲੈਣੀ ਹੈਗੀ ਆ, ਜਾਂ ਫਿਰ ਤੁਸੀਂ ਸਿਰਫ PR ਲੈ ਕੇ ਬਸ ਇਹ ਕੋਰਸ ਕਰ ਲਿਆ, ਇਹ 'ਚ ਅਸੀਂ ਆਏ ਐਕਸਪੀਰੀਅੰਸ ਬਣਾ ਲਾਂਗੇ, ਦੈਟਸ ਇਟ, ਅਸੀਂ ਜੌਬ ਆ ਕਰੀ ਜਾਵਾਂਗੇ। ਉਹ ਚੀਜ਼ਾਂ ਮਤਲਬ ਤੁਸੀਂ ਕਰ ਸਕਦੇ ਹੋ, ਇਟਸ ਯੋਰ ਲਾਈਕ ਲਾਈਫ, ਬਟ ਮੈਂ ਚਾਹੁੰਦੀ ਹਾਂ ਕਿ ਅਗਰ ਤੁਸੀਂ ਵਧੀਆ ਤਰੀਕੇ ਦੇ ਨਾਲ ਪਹਿਲਾਂ ਦੇ ਵਿੱਚ ਹੀ ਸਿਕਿਉਰ ਹੋ ਕੇ ਚੱਲਦੇ ਹੋ, ਪਹਿਲਾਂ ਹੀ ਉਹ ਕੋਰਸਿਸ ਲੈਣੇ ਹੋ ਜਿਹਦੇ ਵਿੱਚ ਤੁਸੀਂ ਲਾਈਫ ਲੌਂਗ ਜੌਬ ਕਰਨੀ ਹੈਗੀ ਆ, ਤਾਂ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਰਹਿਣਗੇ। ਇਸ ਤੋਂ ਇਲਾਵਾ ਜੇ ਮੈਂ ਆਪਦੀ ਯੂਨੀਵਰਸਿਟੀ ਦੀ ਗੱਲ ਕਰਾਂ ਕਿ ਮੇਰਾ ਐਜੂਕੇਸ਼ਨ ਸਿਸਟਮ ਜਾਂ ਕਲਾਸਿਸ ਦਾ ਕੀ ਸਿਸਟਮ ਹੈਗਾ, ਸੋ ਇੱਥੇ ਜਿਹੜੀਆਂ ਕਲਾਸਿਸ ਲੱਗਦੀਆਂ ਹੈਗੀਆਂ ਨੇ ਉਹ ਵੀ ਕਾਫੀ ਡਿਫਰੈਂਟ ਹੈ ਇੰਡੀਆ ਦੇ ਨਾਲੋਂ। ਇੰਡੀਆ ਦੇ ਵਿੱਚ ਕੀ ਹੁੰਦਾ ਕਿ ਆਪਣੇ ਮੰਡੇ ਟੂ ਫਰਾਈਡੇ ਅਗਰ ਕਲਾਸਿਸ ਲੱਗਦੀਆਂ ਨੇ ਤਾਂ ਉਹਦੇ ਵਿੱਚ ਡੇਲੀ ਬੇਸਿਸ ਤੇ ਸਬਜੈਕਟਸ ਜਿਹੜੇ ਨੇ ਉਹ ਆਪਾਂ ਨੂੰ ਪੜ੍ਹਾਏ ਜਾਂਦੇ ਹੈਗੇ ਆ, ਉਹਦਾ ਐਗਜ਼ਾਮਸ ਹੁੰਦੇ ਆ। ਬਟ ਇੱਥੇ ਕਈ ਸਾਰੇ ਇੱਦਾਂ ਦੇ ਕੋਰਸਿਸ ਨੇ ਜਿਨ੍ਹਾਂ ਦੇ ਐਗਜ਼ਾਮਸ ਨਹੀਂ ਹੁੰਦੇ ਤੇ ਕਈ ਇੱਦਾਂ ਦੇ ਕੋਰਸਿਸ ਵੀ ਹੈਗੇ ਨੇ ਜਿਨ੍ਹਾਂ ਦੇ ਐਗਜ਼ਾਮਸ ਹੁੰਦੇ ਨੇ। ਸੋ ਮੇਰਾ ਜਿਹੜਾ ਕੋਰਸ ਹੈਗਾ ਉਹਦੇ ਵਿੱਚ 4 ਸਮੈਸਟਰਸ ਦੇ ਵਿੱਚ ਕੋਈ ਵੀ ਐਗਜ਼ਾਮ ਨਹੀਂ ਹੈਗਾ, ਬਟ ਉਹਦੇ ਵਿੱਚ ਅਸੀਂ ਅਸਾਈਨਮੈਂਟਸ ਦੇਣੀਆਂ ਨੇ ਜਿਹਦੇ ਬੇਸਿਸ ਦੇ ਉੱਪਰ ਮਤਲਬ ਕਿ ਇਵੈਲੂਏਸ਼ਨ ਹੁੰਦੀ ਆ ਕਿ ਸਾਡਾ ਕਿਹੜਾ ਗ੍ਰੇਡ ਆਊਗਾ। ਬਟ ਇੱਥੇ ਅਸਾਈਨਮੈਂਟ ਸਿਸਟਮਸ ਹੀ ਇੰਨਾ ਕੁ ਜ਼ਿਆਦਾ ਟਫ ਹੈਗਾ ਕਿ ਉਹੀ ਕਰਨਾ ਕਾਫੀ ਔਖਾ ਹੋ ਜਾਂਦਾ ਐਜ਼ ਕੰਪੇਅਰ ਟੂ ਐਗਜ਼ਾਮਸ ਦੇ। ਐਂਡ ਮੇਰੇ ਕੋਰਸ ਦੇ ਇੱਕ ਸਮੈਸਟਰ ਦੇ 4 ਸਬਜੈਕਟਸ ਨੇ ਐਂਡ ਉਹਨਾਂ 4 ਸਬਜੈਕਟਸ ਦੀਆਂ ਹੀ ਕਲਾਸਿਸ ਲੱਗਦੀਆਂ ਨੇ। ਸੋ ਇੰਡੀਆ ਦੇ ਵਿੱਚ ਮੰਡੇ ਟੂ ਫਰਾਈਡੇ ਡੇਲੀ ਬੇਸਿਸ ਤੇ ਕਲਾਸਿਸ ਲੱਗਦੀਆਂ ਨੇ, ਬਟ ਇੱਥੇ ਇੱਕ ਵੀਕ ਦੇ ਵਿੱਚ ਇੱਕ ਸਬਜੈਕਟ ਦੀ ਸਿਰਫ ਇੱਕ ਦਿਨ ਕਲਾਸ ਲੱਗਦੀ ਹੈਗੀ ਆ, ਉਹ ਵੀ 2 ਆਵਰਸ ਦੀ ਹੁੰਦੀ ਆ, ਦੈਟਸ ਇਟ। ਇਸ ਤੋਂ ਇਲਾਵਾ ਇਹ ਨਹੀਂ ਹੈਗਾ ਕਿ ਡੇਲੀ ਬੇਸਿਸ ਤੇ ਕਾਲਜ ਲੱਗਦੇ ਨੇ। ਇੱਥੋਂ ਦੀ ਕਲਾਸ ਟਾਈਮਿੰਗ ਵੀ ਕੀ ਹੁੰਦੀ ਆ ਕਿ ਬਹੁਤ ਹੀ ਜ਼ਿਆਦਾ ਲਾਈਕ ਡਿਫਰੈਂਟ। ਮੇਰੀਆਂ ਕਲਾਸਿਸ ਹੁੰਦੀਆਂ ਸੀ 3 to 5, ਮਤਲਬ 3 ਵਜੇ ਤੋਂ ਲੈ ਕੇ 5 ਵਜੇ ਤੱਕ, ਕਈ ਵਾਰੀ 12 ਵਜੇ ਤੋਂ ਲੈ ਕੇ 2 ਵਜੇ ਤੱਕ, ਤਾਂ ਇਦਾਂ ਦਾ ਸਿਸਟਮ ਹੁੰਦਾ। ਤਾਂ ਉਹ ਵੀ ਕਈ ਵਾਰੀ ਕੰਪਲੀਕੇਟ ਕਰ ਦਿੰਦਾ ਸਿਚੁਏਸ਼ਨ ਨੂੰ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਆ ਕੇ ਆਪਾਂ ਜੌਬਸ ਤੇ ਵੀ ਜਾਣਾ ਹੁੰਦਾ, ਤਾਂ ਉਸ ਦਿਨ ਫਿਰ ਆਪਾਂ ਨੂੰ ਜੌਬਸ ਤੋਂ ਛੁੱਟੀ ਲੈਣੀ ਪੈਂਦੀ ਆ। ਇਸ ਤੋਂ ਇਲਾਵਾ ਹਰੇਕ ਯੂਨੀਵਰਸਿਟੀ ਦੀ ਆਪਦੀ ਇੱਕ ਐਪ ਹੁੰਦੀ ਆ ਜਿਹਦੇ ਉੱਪਰ ਸਾਰਾ ਕੁਝ ਹੁੰਦਾ ਕਿ ਤੁਸੀਂ ਕਿਹੜੇ ਤੁਹਾਡੇ ਸਬਜੈਕਟਸ ਨੇ, ਕਿੱਥੇ ਤੁਹਾਡੀ ਕਲਾਸ ਲੱਗਣੀ ਹੈ, ਈਵਨ ਕਿ ਜਿੱਥੇ ਤੁਹਾਡੀ ਕਲਾਸ ਲੱਗਣੀ ਆ ਉਹ ਸਾਰਾ ਮੈਪ ਵੀ ਹੁੰਦਾ ਜਿਹਨੂੰ ਕਿ ਆਪਾਂ ਖੋਲ ਕੇ ਆਪਾਂ ਉਸ ਕਲਾਸ ਤੱਕ ਪਹੁੰਚ ਸਕਦੇ ਹਾਂ, ਕਿਹੜੀ ਬਿਲਡਿੰਗ ਦੇ ਵਿੱਚ ਕਲਾਸ ਲੱਗਣੀ ਹੈਗੀ ਆ, ਐਂਡ ਸਾਰੇ ਸਮੈਸਟਰ ਦਾ ਡਾਟਾ ਉਹਦੇ ਵਿੱਚ ਹੁੰਦਾ। ਹਰੇਕ ਵੀਕ ਦਾ ਦੱਸਿਆ ਹੁੰਦਾ ਕਿ ਇਸ ਵੀਕ ਤੁਹਾਨੂੰ ਅਸੀਂ ਇਹ ਪੜ੍ਹਾਵਾਂਗੇ, ਇਸ ਵੀਕ ਇਹ ਪੜ੍ਹਾਵਾਂਗੇ, ਸਾਰੇ ਰਿਸੋਰਸਿਸ ਦਿੱਤੇ ਹੁੰਦੇ ਨੇ ਕਿ ਤੁਹਾਨੂੰ ਆਹ ਟੌਪਿਕਸ ਪੜ੍ਹਨੇ ਪੈਣਗੇ। ਇਸ ਤੋਂ ਇਲਾਵਾ ਅਸਾਈਨਮੈਂਟਸ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਬਣਾਉਣੀਆਂ ਹੁੰਦੀਆਂ ਨੇ, ਉਹ ਤਾਂ ਹਰੇਕ ਯੂਨੀਵਰਸਿਟੀਜ਼ ਦੇ ਵਿੱਚ ਹੀ ਆ, ਚਾਹੇ ਤੁਹਾਡੇ ਐਗਜ਼ਾਮਸ ਹੈ ਚਾਹੇ ਤੁਹਾਡੇ ਨਹੀਂ ਹੈਗੇ। ਅਸਾਈਨਮੈਂਟਸ ਕਿੱਥੇ ਬਣਾਉਣੀਆਂ ਨੇ, ਕਿਹੜੀ ਉਹਦੀ ਡਿਊ ਡੇਟ ਹੈ, ਕਿੱਥੇ ਉਹਨੂੰ ਸਬਮਿਟ ਕਰਨਾ ਹੈਗਾ, ਕਿੰਨਾ ਤੁਹਾਡੇ ਕੋਲ ਟਾਈਮ ਪੀਰੀਅਡ ਹੈਗਾ, ਉਹ ਸਾਰਾ ਕੁਝ ਹੀ ਉਸ ਐਪ ਦੇ ਉੱਪਰ ਹੁੰਦਾ। ਕਿੰਨੀ ਤੁਹਾਡੀ ਫੀਸ ਹੈਗੀ ਆ, ਕਿਹੜੇ ਤੁਹਾਡੇ ਗ੍ਰੇਡਸ ਆਏ ਨੇ, ਕੀ ਤੁਹਾਡਾ ਫਾਈਨੈਂਸਿਸ ਨੂੰ ਲੈ ਕੇ ਮਤਲਬ ਤੁਹਾਡਾ ਕੀ ਰਿਕਾਰਡ ਹੈਗਾ, ਉਹ ਸਾਰਾ ਕੁਝ ਤੁਹਾਡਾ ਉਸ ਐਪ ਦੇ ਉੱਪਰ ਹੋਊਗਾ। ਮੇਰਾ ਸਾਰਾ ਡਾਟਾ ਉਸ ਐਪ ਦੇ ਵਿੱਚ ਹੁੰਦਾ। ਜਦੋਂ ਹੀ ਆਪਾਂ ਇਨਰੋਲਮੈਂਟ ਕਰ ਲੈਂਦੇ ਆ ਤਾਂ ਉਹ ਸਾਰੇ ਸਬਜੈਕਟਸ ਵੀ ਉਹਦੇ ਉੱਪਰ ਸ਼ੋਅ ਹੋਣ ਲੱਗ ਜਾਂਦੇ ਹੈਗੇ ਆ। ਤਾਂ ਜੇ ਅਸਾਈਨਮੈਂਟਸ ਦੀ ਮੈਂ ਗੱਲ ਕਰਾਂ ਤਾਂ ਅਸਾਈਨਮੈਂਟਸ ਆਪਾਂ ਇੱਥੇ ਕਿਵੇਂ ਬਣਾਉਣੀਆਂ ਹੁੰਦੀਆਂ ਨੇ। ਸੋ ਜਿਨ੍ਹਾਂ ਬੱਚਿਆਂ ਨੇ ਤਾਂ ਆਇਲਸ ਕੀਤੀ ਆ ਉਹਨਾਂ ਨੂੰ ਤਾਂ ਮਤਲਬ ਇਹ ਚੀਜ਼ ਥੋੜੀ ਜਿਹੀ ਈਜ਼ੀ ਲੱਗੂਗੀ ਐਜ਼ ਕੰਪੇਅਰ ਟੂ ਜਿਨ੍ਹਾਂ ਨੇ PTE ਕੀਤੀ ਆ, ਕਿਉਂਕਿ ਆਇਲਸ ਇੱਥੇ ਆ ਕੇ ਥੋੜੀ ਜਿਹੀ ਕੰਮ ਆਉਂਦੀ ਆ, ਕਿਉਂਕਿ ਆਪਾਂ ਇੰਡੀਆ ਸੋਚਦੇ ਹੁੰਦੇ ਆ ਨਾ ਜਦੋਂ ਆਇਲਸ ਕਰਦੇ ਆ ਕਿ ਆਇਲਸ ਪਤਾ ਨਹੀਂ ਕਿੱਥੇ ਕੰਮ ਆਊਗੀ ਜਾਂ ਕਿੱਥੇ ਨਹੀਂ। ਆਇਲਸ ਕੰਮ ਹੁੰਦੀ ਹੈ ਜਦੋਂ ਆਪਾਂ ਅਸਾਈਨਮੈਂਟਸ ਬਣਾਉਣੀਆਂ ਹੁੰਦੀਆਂ ਨੇ। ਇੱਕ ਸਮੈਸਟਰ ਦੇ ਵਿੱਚ 4 ਸਬਜੈਕਟਸ ਨੇ, ਤਾਂ ਇੱਕ ਸਬਜੈਕਟਸ ਦੀਆਂ ਮੇਰੀਆਂ 2 ਅਸਾਈਨਮੈਂਟਸ ਨੇ, ਠੀਕ ਹੈ। ਉਹ 2 ਅਸਾਈਨਮੈਂਟਸ ਦੇ ਬੇਸ ਦੇ ਉੱਪਰ ਹੀ ਇਵੈਲੂਏਸ਼ਨ ਹੁੰਦੀ ਆ। ਇੱਕ ਅਸਾਈਨਮੈਂਟਸ ਨੂੰ ਕਈ ਵਾਰੀ ਇਹ 30% ਕਹਿ ਦਿੰਦੇ ਨੇ ਕਿ 30% ਮਾਰਕਿੰਗ ਹੋਊਗੀ ਇਹਦੇ ਵਿੱਚ ਪੂਰੇ ਗ੍ਰੇਡਸ ਨੂੰ ਲੈ ਕੇ। ਇੱਕ ਦੇ ਵਿੱਚ ਕਹਿ ਦਿੰਦੇ ਨੇ ਕਿ ਜਿਹੜੇ ਬਾਕੀ ਪਰਸੈਂਟ ਮੀਨਸ 70% ਇਸ ਅਸਾਈਨਮੈਂਟ ਦੇ ਵਿੱਚੋਂ ਆਊਗਾ, ਮੀਨਸ ਇਹ ਅਸਾਈਨਮੈਂਟ ਜ਼ਿਆਦਾ ਮਾਰਕਸ ਦੀ ਹੈ, ਇਹ ਅਸਾਈਨਮੈਂਟ ਘੱਟ ਮਾਰਕਸ ਦੀ ਆ। ਤਾਂ ਮੇਰੀਆਂ 2 ਅਸਾਈਨਮੈਂਟਸ ਹੁੰਦੀਆਂ ਨੇ, ਤਾਂ ਉਹਨਾਂ ਦੀ ਆਪਾਂ ਨੂੰ ਉਹ ਡਿਊ ਡੇਟ ਦਿੰਦੇ ਹੁੰਦੇ ਨੇ, ਜਿਵੇਂ ਕਿ ਕਈ ਵਾਰੀ 2 ਮਹੀਨਿਆਂ ਦਾ ਟਾਈਮ ਵੀ ਦੇ ਦਿੰਦੇ ਨੇ, ਕਈ ਵਾਰੀ ਮਹੀਨੇ ਦਾ, ਕਈ ਵਾਰੀ 15 ਦਿਨਾਂ ਦਾ, ਕਿ ਇਹਨਾਂ 15
ਦਿਨਾਂ ਦੇ ਵਿੱਚ ਤੁਹਾਡੀ ਅਸਾਈਨਮੈਂਟ ਕੰਪਲੀਟ ਹੋਣੀ ਚਾਹੀਦੀ ਆ ਐਂਡ ਇੰਨੇ ਟਾਈਮ ਤੇ ਇਸ ਦਿਨ ਇਹ ਅਸਾਈਨਮੈਂਟ ਤੁਹਾਡੀ ਇਦੋਂ ਤੱਕ ਤੁਹਾਡੀ ਲਾਸਟ ਡੇਟ ਹੈ ਸਬਮਿਟ ਕਰਨ ਦੀ, ਠੀਕ ਹੈ। ਤਾਂ ਉਸੇ ਐਪ ਦੇ ਉੱਪਰ ਆਪਾਂ ਸਬਮਿਟ ਕਰਨੀ ਹੁੰਦੀ ਆ। ਤਾਂ ਹੁਣ ਇੱਥੇ ਅਸਾਈਨਮੈਂਟਸ ਕਿਵੇਂ ਬਣਾਉਣੀ ਹੁੰਦੀਆਂ ਕਿ ਆਪਾਂ ਨੂੰ ਇੱਕ ਟੌਪਿਕ ਦੇ ਦਿੰਦੇ ਨੇ, ਉਸ ਟੌਪਿਕ ਦਾ ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਟੌਪਿਕ ਦੇਤਾ ਕਿ ਜਿਵੇਂ ਆਇਲਸ ਦੇ ਵਿੱਚ ਹੁੰਦਾ ਕਿ ਗਲੋਬਲ ਵਾਰਮਿੰਗ ਬਾਰੇ ਤੁਸੀਂ ਲਿਖਣਾ ਹੈਗਾ, ਉਹਦੇ ਕਾਜ਼ਸ ਲਿਖਣੇ ਨੇ, ਉਹਦੇ ਡਰਾਬੈਕਸ ਲਿਖਣੇ ਨੇ, ਉਹਦੇ ਮਤਲਬ ਕਿ ਸਾਰਾ ਕੁਝ ਲਿਖਣਾ ਕਿ ਕੀ ਕਾਜ਼ਸ ਨੇ, ਕਿਵੇਂ ਆਪਾਂ ਉਹਨਾਂ ਨੂੰ ਓਵਰਕਮ ਕਰ ਸਕਦੇ ਹਾਂ। ਤੇ ਇਹ ਜਿਹੜੀ ਅਸਾਈਨਮੈਂਟ ਤੁਸੀਂ ਲਿਖਣੀ ਆ ਇਹ ਐਸੇ ਫਾਰਮੈਟ ਦੇ ਵਿੱਚ ਲਿਖਣੀ ਆ, ਪਲੱਸ ਤੁਸੀਂ ਇਹਦੀ ਜਿਹੜੇ ਵਰਡ ਲਿਮਿਟ ਹੈਗੀ ਆ ਉਹ 2000 ਵਰਡ ਲਿਮਿਟ ਲਿਖਣੀ ਆ। ਬਸ ਆਇਲਸ ਦੇ ਵਿੱਚ ਡਿਫਰੈਂਸ ਇਹ ਹੁੰਦਾ ਕਿ ਆਪਾਂ ਉਹਦੇ ਵਿੱਚ 200 to 300 ਲਾਈਕ ਇੰਨੀ ਵਰਡ ਲਿਮਿਟ ਹੁੰਦੀ ਆ, ਬਟ ਇਹਦੇ ਵਿੱਚ ਆਪਣੀ 2000 ਤੱਕ ਦੀ ਵਰਡ ਲਿਮਿਟ ਹੁੰਦੀ ਆ, ਠੀਕ ਹੈ। ਇਹ ਹੋ ਗਿਆ ਆਪਣਾ ਟੌਪਿਕ। ਇਸ ਤੋਂ ਬਾਅਦ ਆਪਾਂ ਇਹਨੂੰ ਵਰਡ ਦੇ ਵਿੱਚ ਸਾਰੀ ਲਿਖਣੀ ਹੁੰਦੀ ਆ ਅਸਾਈਨਮੈਂਟ। ਹੁਣ ਇੱਥੇ ਟਫ ਚੀਜ਼ ਇਹ ਆਉਂਦੀ ਆ ਕਿ ਇਹਦੇ ਲਈ ਤੁਹਾਨੂੰ ਸਾਰਾ ਡਾਟਾ ਸਰਚ ਕਰਨਾ ਪਊਗਾ, ਠੀਕ ਹੈ। ਐਂਡ ਜਿੰਨਾ ਵੀ ਡਾਟਾ ਤੁਸੀਂ ਇੰਟਰਨੈਟ ਦੇ ਉੱਪਰ ਸਰਚ ਕਰੋਗੇ, ਜੋ ਵੀ ਤੁਸੀਂ ਆਈਡੀਆਜ਼ ਸਰਚ ਕਰੋਗੇ, ਜੋ ਵੀ ਤੁਸੀਂ ਬੁੱਕਸ ਚੈੱਕ ਕਰੋਗੇ, ਬੁੱਕਸ ਦੇ ਵਿੱਚੋਂ ਡਾਟਾ ਕਲੈਕਟ ਕਰੋਗੇ, ਉਹ ਡਾਟਾ ਤੁਸੀਂ ਐਜ਼ ਇਟ ਇਜ਼ ਨਹੀਂ ਲਿਖ ਸਕਦੇ ਅਸਾਈਨਮੈਂਟਸ ਦੇ ਵਿੱਚ। ਅਗਰ ਤੁਸੀਂ ਐਜ਼ ਇਟ ਇਜ਼ ਲਿਖਤਾ ਅਸਾਈਨਮੈਂਟਸ ਦੇ ਵਿੱਚ ਮੀਨਸ ਕਾਪੀ ਪੇਸਟ ਕਰਤਾ, ਤਾਂ ਉੱਥੇ ਤੁਹਾਡੀ ਪ੍ਰੋਬਲਮ ਪੈ ਜੂਗੀ ਪਲੈਗਰਿਜ਼ਮ ਦੀ, ਮੀਨਸ ਜਿਹਨੂੰ ਸਿਮਿਲੈਰਿਟੀ ਵੀ ਕਹਿੰਦੇ ਆ ਕਿ ਉੱਥੇ ਤੁਹਾਡੀ ਸਿਮਿਲੈਰਿਟੀ ਆ ਜੂਗੀ। ਈਵਨ ਕਿ ਤੁਸੀਂ ਆਪਦੇ ਬੈਸਟ ਫਰੈਂਡ ਤੋਂ ਵੀ ਆਪਦਾ ਡਾਟਾ ਕਾਪੀ ਨਹੀਂ ਕਰ ਸਕਦੇ। ਅਗਰ ਤੁਹਾਡਾ ਫਾਰਮੈਟ ਸੇਮ ਹੋ ਗਿਆ, ਅਗਰ ਤੁਹਾਡਾ ਡਾਟਾ ਸੇਮ ਹੋ ਗਿਆ, ਤਾਂ ਉੱਥੇ ਸਿਮਿਲੈਰਿਟੀ ਦੀ ਪ੍ਰੋਬਲਮ ਆ ਜੂਗੀ ਤੇ ਉੱਥੇ ਜਾ ਕੇ ਫਿਰ ਉਹ ਸਿਮਿਲੈਰਿਟੀ ਦਾ ਕੇਸ ਪਾ ਦਿੰਦੇ ਨੇ। ਇਹ ਚੀਜ਼ ਸਭ ਤੋਂ ਜ਼ਿਆਦਾ ਡਿਫਿਕਲਟ ਹੈਗੀ ਹੈ ਇੱਥੇ, ਐਂਡ ਇਹਦੇ ਵਿੱਚ ਆਇਲਸ ਕੰਮ ਆਉਂਦੀ ਆ, ਕਿਉਂਕਿ ਆਪਾਂ ਆਇਲਸ ਦੇ ਰਾਈਟਿੰਗ ਪਾਰਟ 2 ਦੇ ਵਿੱਚ ਕੀ ਕਰਦੇ ਹੁੰਦੇ ਆ ਕਿ ਆਪਾਂ ਪੈਰਾਫਰੇਜ਼ਿੰਗ ਕਰਨਾ ਸਿੱਖਦੇ ਆ, ਤਾਂ ਇੱਥੇ ਉਹ ਪੈਰਾਫਰੇਜ਼ਿੰਗ ਕੰਮ ਆਉਂਦੀ ਹੈਗੀ ਆ। ਤਾਂ ਮੈਂ ਇੱਥੇ ਇਹ ਨਹੀਂ ਕਹਿ ਰਹੀ ਹੈਗੀ ਕਿ ਪੀਟੀ ਵਾਲੇ ਬੱਚੇ ਨਹੀਂ ਕਰ ਸਕਦੇ। ਅਗਰ ਤੁਹਾਡੀ ਇੰਗਲਿਸ਼ ਇੰਨੀ ਖਾਈ ਹੈਗੀ ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੈਗੇ ਹੋ। ਤਾਂ ਮੈਂ ਅਸਾਈਨਮੈਂਟਸ ਬਣਾਉਣ ਵੇਲੇ ਗ੍ਰਾਮਰਲੀ ਜਿਹੜੀ ਐਪ ਹੈਗੀ ਆ ਉਹਦੀ ਹੈਲਪ ਲੈਣੀ ਹੁੰਦੀ ਆ, ਕਿਉਂਕਿ ਉਹ ਹੈਲਪ ਕਰ ਦਿੰਦੀ ਹੁੰਦੀ ਆ ਕਿ ਅਗਰ ਆਪਣੇ ਵਰਡਸ ਗਲਤ ਜਾ ਰਹੇ ਨੇ ਜਾਂ ਆਪਣੇ ਸੈਂਟੈਂਸ ਫਾਰਮੇਸ਼ਨ ਗਲਤ ਹੋ ਰਹੀ ਆ ਤਾਂ ਉਹ ਕਰੈਕਟ ਕਰ ਦਿੰਦੇ ਨੇ। ਬਟ ਸਾਰਾ ਦਾ ਸਾਰਾ ਡਾਟਾ ਸਰਚ ਕਰਨਾ ਉਹ ਆਪਣੀ ਜ਼ਿੰਮੇਵਾਰੀ ਆ। ਸੈਕੰਡਲੀ ਇੱਥੇ ਜਿਹੜੇ ਟੀਚਰਸ ਨੇ ਉਹ ਤੁਹਾਨੂੰ ਇੱਦਾਂ ਹੈਲਪ ਨਹੀਂ ਕਰਨਗੇ, ਉਹ ਤੁਹਾਨੂੰ ਲਾਈਨ ਟੂ ਲਾਈਨ ਨਹੀਂ ਦੱਸਣਗੇ ਕਿ ਕਿਵੇਂ ਅਸਾਈਨਮੈਂਟਸ ਬਣਾਉਣੀ ਹੈ। ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਕਿ ਉਹਨਾਂ ਦਾ ਅਗਰ ਇੱਕ ਸਬਜੈਕਟ ਹੈਗਾ ਉਹ ਵੀਕ ਦੇ ਵਿੱਚ ਇੱਕ ਦਿਨ ਪੜ੍ਹਾਉਣਗੇ ਸਿਰਫ 2 ਆਵਰਸ, ਠੀਕ ਹੈ। ਉਹ 2 ਆਵਰਸ ਦੇ ਵਿੱਚ ਜੋ ਵੀ ਪੜ੍ਹਾਉਣਗੇ ਉਹਨਾਂ ਦੀ ਪਹਿਲਾਂ ਤੋਂ ਹੀ ਪੀਪੀਟੀ ਰੈਡੀ ਹੁੰਦੀ ਆ। ਉਹ ਸਿਰਫ ਤੁਹਾਨੂੰ ਦੱਸ ਦੇਣਗੇ ਕਿ ਅਸਾਈਨਮੈਂਟਸ ਇੰਨੇ ਵਰਡਸ ਦੀ ਆ ਸਾਰਾ ਕੁਝ ਹੈਗਾ। ਇਸ ਤੋਂ ਬਾਅਦ ਡਾਟਾ ਲੱਭਣਾ, ਉਹਨੂੰ ਕਲੈਕਟ ਕਰਨਾ, ਉਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਊਗੀ। ਤੁਸੀਂ ਲਾਇਬ੍ਰੇਰੀ 'ਚੋਂ ਲੱਭੋ, ਤੁਸੀਂ ਆਨਲਾਈਨ ਲੱਭੋ, ਜਿੱਥੋਂ ਮਰਜ਼ੀ ਲੱਭੋ, ਉਹਨੂੰ 2000 ਵਰਡਸ ਦੇ ਵਿੱਚ ਬਸ ਤੁਸੀਂ ਲਿਖਣਾ ਹੈਗਾ, ਕਿਸੇ ਨਾਲ ਮੈਚ ਨਹੀਂ ਕਰਨਾ। ਸਾਰੀ ਵਰਡਿੰਗ ਤੁਹਾਡੀ ਖੁਦ ਦੀ ਹੋਣੀ ਚਾਹੀਦੀ ਆ। ਇਹਦੇ ਵਿੱਚ ਆਪਾਂ ਨੂੰ ਸ਼ੂਟ ਹੁੰਦੀ ਹੈ ਕਿ ਆਪਾਂ 25% ਤੱਕ ਜਾਂ 20% ਤੱਕ ਸਿਮਿਲੈਰਿਟੀ ਅਗਰ ਆਪਣੀ ਆਉਂਦੀ ਆ ਤਾਂ ਕੋਈ ਇਸ਼ੂ ਨਹੀਂ ਹੈਗਾ। ਵੱਧ ਤੋਂ ਵੱਧ 30% ਤੱਕ ਅਗਰ ਆਪਣੀ ਸਿਮਿਲੈਰਿਟੀ ਆਉਂਦੀ ਆ ਤਾਂ ਵੀ ਉਹਦਾ ਕੋਈ ਇਸ਼ੂ ਨਹੀਂ ਹੈਗਾ। ਇਸ ਤੋਂ ਇਲਾਵਾ ਆਪਾਂ ਨੀਚੇ ਉਹਦੀਆਂ ਰੈਫਰੈਂਸਿਸ ਦੇਣੀਆਂ ਹੁੰਦੀਆਂ ਨੇ। ਰੈਫਰੈਂਸਿਸ ਮੀਨਸ ਕਿ ਜਿਹੜਾ ਡਾਟਾ ਵੀ ਤੁਸੀਂ ਲਿੱਤਾ ਹੈਗਾ, ਕਿਸੇ ਵੀ ਆਰਟੀਕਲ ਤੋਂ ਲਿੱਤਾ ਹੈਗਾ, ਕਿਸੇ ਵੀ ਬੁੱਕ ਤੋਂ ਲਿੱਤਾ ਹੈਗਾ, ਕਿਸੇ ਵੀ ਜਰਨਲ ਤੋਂ ਲਿੱਤਾ ਹੈਗਾ, ਤਾਂ ਉਸ ਜਰਨਲ ਦਾ ਸਾਰਾ ਲਿੰਕ ਕਿ ਕਿਸ ਪੇਜ ਨੰਬਰ ਤੋਂ ਲਿੱਤਾ ਹੈਗਾ, ਕਿਸ ਡੇਟ ਤੇ ਸੀ, ਉਹਨਾਂ ਦਾ ਕੀ ਸਰਨੇਮ ਸੀ, ਉਹ ਕਿਹੜੀ ਬੁੱਕ ਦੇ ਵਿੱਚੋਂ ਤੁਸੀਂ ਚੱਕਿਆ ਹੈਗਾ, ਉਹ ਸਾਰੀ ਰੈਫਰੈਂਸ ਨੀਚੇ ਦੇਣੀ ਹੁੰਦੀ ਆ। ਤਾਂ ਇਹ ਇੱਕ ਲਾਈਕ ਤੁਸੀਂ ਕਹਿ ਲਓ ਕਿ ਪ੍ਰੋਫੈਸ਼ਨਲ ਅਸਾਈਨਮੈਂਟਸ ਬਣਾਉਣੀਆਂ ਹੁੰਦੀਆਂ ਨੇ ਕਿ ਉੱਪਰ ਦਾ ਨੇਮ, ਫਿਰ ਪ੍ਰੋਪਰ ਤੁਸੀਂ ਲਿਖਣਾ, ਲਾਈਕ ਇੰਟਰੋ ਲਿਖਣੀ ਆ, ਫਿਰ ਉਸ ਤੋਂ ਬਾਅਦ ਸਾਰਾ ਐਕਸਪਲੇਨ ਕਰਨਾ ਹੈਗਾ, ਐਂਡ ਦੇ ਕਨਕਲੂਜਨ ਕੱਢਣਾ ਹੈਗਾ, ਫਿਰ ਨੀਚੇ ਰੈਫਰੈਂਸਿਸ ਵੀ ਦੇਣੀਆਂ ਹੈਗੀਆਂ ਤਾਂ ਕਿ ਤੁਸੀਂ ਐਕਚੁਅਲ ਦੇ ਵਿੱਚ ਕ੍ਰੈਡਿਟ ਵੀ ਦਿਓ ਜਿੰਨਾ ਤੋਂ ਤੁਸੀਂ ਡਾਟਾ ਚੱਕਿਆ ਹੈਗਾ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ। ਹੁਣ ਇਹ ਚੀਜ਼ ਉਹਨਾਂ ਨੂੰ ਕਿਵੇਂ ਪਤਾ ਲੱਗਦੀ ਆ ਕਿ ਤੁਸੀਂ ਕਿਸੇ ਤੋਂ ਕਾਪੀ ਕੀਤਾ। ਸੋ ਜਦੋਂ ਆਪਾਂ ਅਸਾਈਨਮੈਂਟ ਸਬਮਿਟ ਕਰਵਾਉਂਦੇ ਆ ਉਸ ਟਾਈਮ ਦੇ ਉੱਪਰ ਇੱਥੇ ਯੂਨੀਵਰਸਿਟੀਜ਼ ਇੰਨੀਆਂ ਕੁ ਜ਼ਿਆਦਾ ਲਾਈਕ ਉਹ ਹੈਗੀਆਂ ਨੇ ਕਿ ਉਹਨਾਂ ਕੋਲੇ ਪਹਿਲਾਂ ਤੋਂ ਇਹੋ ਜਿਹੇ ਸੌਫਟਵੇਅਰਸ ਹੈਗੇ ਨੇ ਕਿ ਜਦੋਂ ਮਤਲਬ ਆਪਾਂ ਅਸਾਈਨਮੈਂਟ ਸਬਮਿਟ ਕਰਤੀ ਤਾਂ ਉਹ ਉਹਨਾਂ ਦੇ ਸੌਫਟਵੇਅਰ ਦੇ ਵਿੱਚ ਚਲੀ ਜਾਂਦੀ ਆ ਤੇ ਉਹ ਸੌਫਟਵੇਅਰ ਜਿਹੜਾ ਹੈਗਾ ਉਹ ਚੈੱਕ ਕਰਨਾ ਸਟਾਰਟ ਕਰ ਦਿੰਦਾ ਕਿ ਕਿੱਥੇ ਕਿੱਥੇ ਤੁਹਾਡੀ ਅਸਾਈਨਮੈਂਟ ਮੈਚ ਕਰਦੀ ਆ, ਤੇ ਵਿਦਿਨ 5 to 10 ਮਿੰਟਸ ਦੇ ਉਹ ਤੁਹਾਨੂੰ ਰਿਜ਼ਲਟ ਵੀ ਦੇ ਦਿੰਦਾ ਕਿ ਤੁਹਾਡੀ ਇੰਨੀ % ਸਿਮਿਲੈਰਿਟੀ ਆਈ ਆ। ਸੋ ਮੇਰੀ ਜ਼ਿਆਦਾਤਰ ਲਾਈਕ 15 to 20% ਸਿਮਿਲੈਰਿਟੀ ਆਉਂਦੀ ਰਹੀ ਹੈਗੀ ਆ, ਤਾਂ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਤਾਂ ਤੁਸੀਂ ਦੇਖੋ ਕਿ ਤੁਸੀਂ ਕਾਪੀ ਨਹੀਂ ਕਰ ਸਕਦੇ, ਐਂਡ ਕਿੱਥੋਂ ਕਿੱਥੋਂ ਤੁਸੀਂ ਕਾਪੀ ਕੀਤਾ ਈਵਨ ਉਹ ਚੀਜ਼ ਵੀ ਤੁਹਾਡੀ ਸਕਰੀਨ ਤੇ ਸ਼ੋ ਹੋ ਜਾਂਦੀ ਆ ਕਿ ਆਹ ਲਾਈਨ ਤੁਸੀਂ ਇੱਥੋਂ ਚੱਕੀ ਆ, ਆਹ ਲਾਈਨ ਤੁਸੀਂ ਇੱਥੋਂ ਚੱਕੀ ਹੈਗੀ ਆ। ਤਾਂ ਇੰਨਾ ਕੁ ਜ਼ਿਆਦਾ ਇੱਥੇ ਐਜੂਕੇਸ਼ਨ ਸਿਸਟਮ ਇਸ ਤਰੀਕੇ ਦਾ ਹੈਗਾ ਗਾ। ਸੋ ਮੇਕ ਸ਼ੋਰ ਕਿ ਜਦੋਂ ਤੁਸੀਂ ਆਪਦੀ ਪਹਿਲੀ ਅਸਾਈਨਮੈਂਟ ਬਣਾਉਣੇ ਹੈਗੇ ਹੋ ਤਾਂ ਉਸ ਸਮੇਂ ਦੇ ਉੱਪਰ ਤੁਸੀਂ ਕੀ ਕਰਨਾ ਹੈਗਾ ਕਿ ਤੁਹਾਡੀ ਕਲਾਸ ਦੇ ਵਿੱਚ ਸੀਨੀਅਰਸ ਵੀ ਹੋਣਗੇ, ਤੁਹਾਡੀ ਕਲਾਸ ਦੇ ਵਿੱਚ ਮਤਲਬ ਇੰਨੇ ਕੁ ਵਧੀਆ ਸਟੂਡੈਂਟਸ ਵੀ ਹੋਣਗੇ ਜੋ ਤੁਹਾਡੀ ਹੈਲਪ ਕਰਨਗੇ, ਤਾਂ ਉਹਨਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ ਹੈਗਾ ਤੇ
ਕਲਾਸ ਦੇ ਵਿੱਚ ਹੀ ਟੀਚਰਸ ਨੂੰ ਜ਼ਿਆਦਾ ਤੋਂ ਜ਼ਿਆਦਾ ਕੁਐਸਚਨਸ ਕਰਕੇ ਤੁਸੀਂ ਪੁੱਛ ਸਕਦੇ ਹੈਗੇ ਹੋ ਕਿ ਕਿੱਦਾਂ ਮਤਲਬ ਕਿ ਅਸੀਂ ਇਸ ਅਸਾਈਨਮੈਂਟ ਨੂੰ ਕਰ ਸਕਦੇ ਨੇ। ਉਹ ਤੁਹਾਨੂੰ ਜ਼ਿਆਦਾ ਤਾਂ ਨਹੀਂ ਦੱਸਣਗੇ ਬਟ ਤੁਸੀਂ ਆਪਦੇ ਵੱਲੋਂ ਕਰ ਸਕਦੇ ਹੋ। ਬਿਕੋਜ਼ ਸਾਡੀ ਕਲਾਸ ਦੇ ਵਿੱਚ ਇੱਕ ਇੱਦਾਂ ਦਾ ਟੀਚਰ ਸੀ ਜਿਨ੍ਹਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ। ਉਹਨਾਂ ਨੇ ਪ੍ਰੋਪਰ ਇੱਦਾਂ ਐਕਸਪਲੇਨ ਵੀ ਕੀਤਾ ਐਂਡ ਸਾਨੂੰ ਪਹਿਲਾਂ ਵਾਲੇ ਸਟੂਡੈਂਟ ਦੀ ਇੱਕ ਅਸਾਈਨਮੈਂਟ ਵੀ ਦਿਖਾਈ ਕਿ ਇਸ ਤਰੀਕੇ ਨਾਲ ਬਣਾਉਣੀ ਹੈ। ਆਪਾਂ ਇੰਡੀਆ ਦੇ ਵਿੱਚ ਅਸਾਈਨਮੈਂਟਸ ਬਣਾਉਂਦੇ ਆ ਲਾਈਕ ਇਨ ਦੀ ਰਿਟਨ ਫਾਰਮ ਐਂਡ ਕਿਸੇ ਤੋਂ ਕਾਪੀ ਕਰ ਸਕਦੇ ਆ, ਬਟ ਇੱਥੇ ਸਾਰਾ ਕੁਝ ਤੁਸੀਂ ਲੈਪਟਾਪ ਤੇ ਕਰਨਾ ਹੈਗਾ। ਵਰਡ ਦੇ ਵਿੱਚ ਤੁਸੀਂ ਅਸਾਈਨਮੈਂਟ ਬਣਾਉਣੀ ਹੈਗੀ ਆ, ਤਾਂ ਇੱਥੇ ਥੋੜਾ ਇਦਾਂ ਦਾ ਇਸ਼ੂ ਹੁੰਦਾ। ਐਂਡ ਇੱਕ ਚੀਜ਼ ਹੋਰ ਕਿ ਤੁਸੀਂ ਇਹ ਚੀਜ਼ ਦਾ ਟੈਨਸ਼ਨ ਨਹੀਂ ਲੈਣੀ ਹੈਗੀ ਕਿ ਤੁਹਾਡੀ ਇੰਗਲਿਸ਼ ਜ਼ਿਆਦਾ ਵਧੀਆ ਨਹੀਂ ਹੈਗੀ ਤਾਂ ਤੁਸੀਂ ਅਸਾਈਨਮੈਂਟ ਨਹੀਂ ਬਣਾ ਸਕਦੇ। ਉਹ ਜਦੋਂ ਵੀ ਆਪਾਂ ਨੂੰ ਅਸਾਈਨਮੈਂਟਸ ਬਣਾਉਣ ਦਿੰਦੇ ਹੈਗੇ ਆ ਤਾਂ ਉਹਦੇ ਵਿੱਚ ਮੋਸਟ ਪ੍ਰੋਬੇਬਲੀ ਇਹ ਗੱਲ ਲਿਖੀ ਹੁੰਦੀ ਹੈ ਕਿ ਤੁਹਾਨੂੰ ਤੁਹਾਡੀ ਇੰਗਲਿਸ਼ ਦੇ ਬੇਸ ਤੇ ਜੱਜ ਨਹੀਂ ਕੀਤਾ ਜਾਊਗਾ। ਤੁਹਾਨੂੰ ਜੱਜ ਕੀਤਾ ਜਾਊਗਾ ਕਿ ਤੁਹਾਡਾ ਕੰਟੈਂਟ ਕਿੱਦਾਂ ਦਾ ਹੈਗਾ, ਤੁਸੀਂ ਕਿੰਨਾ ਕੁ ਰਿਸਰਚ ਕੀਤਾ ਹੈਗਾ ਕਿਸੇ ਵੀ ਟੌਪਿਕ ਦੇ ਉੱਪਰ। ਤਾਂ ਮੇਕ ਸ਼ੋਰ ਕਿ ਤੁਸੀਂ ਸਿਰਫ ਉਸ ਚੀਜ਼ ਵੱਲ ਹੀ ਧਿਆਨ ਦੇਣਾ ਹੈਗਾ ਐਂਡ ਆਪਦੇ ਕੰਟੈਂਟ ਨੂੰ ਪੈਰਾਫਰੇਜ਼ ਕਰਨ ਦੀ ਜਸਟ ਕੋਸ਼ਿਸ਼ ਕਰਨੀ ਹੈਗੀ ਆ ਐਂਡ ਰਿਲੈਕਸ ਲੈਣਾ ਹੈਗਾ। ਇੱਥੇ ਮੇਰਾ ਸੁਜੈਸ਼ਨ ਤੁਹਾਨੂੰ ਇੱਕ ਹੋਰ ਇਹੀ ਆ ਕਿ ਜਦੋਂ ਵੀ ਤੁਸੀਂ ਇਨਰੋਲਮੈਂਟ ਕਰਵਾਉਂਦੇ ਹੋ, ਇਨਰੋਲਮੈਂਟ ਦੇ ਨਾਲ ਹੀ ਉਹ ਤੁਹਾਡੇ ਮਤਲਬ ਸ਼ੋਅ ਕਰਨ ਲੱਗ ਜਾਂਦਾ ਹੈ ਨਾ ਤੁਹਾਡੀ ਐਪ ਦੇ ਉੱਪਰ ਕਿ ਤੁਹਾਡਾ ਆਹ ਫਸਟ ਵੀਕ ਦਾ ਡਾਟਾ, ਸੈਕਿੰਡ ਵੀਕ ਦਾ ਡਾਟਾ, ਤੁਸੀਂ ਫੋਰਥ ਵੀਕ ਦੇ ਵਿੱਚ ਜਾ ਕੇ ਆਹ ਵਾਲੀ ਤੁਹਾਡੀ ਅਸਾਈਨਮੈਂਟ ਹੈ ਇਹਨੂੰ ਤੁਸੀਂ ਸਬਮਿਟ ਕਰਾਉਣਾ ਹੈਗਾ। ਤਾਂ ਪਹਿਲਾਂ ਤੋਂ ਹੀ ਥੋੜੀ ਬਣਾਉਣੀ ਸਟਾਰਟ ਕਰ ਦਿਓ ਐਂਡ ਥੋੜਾ ਪੈਰਾਫਰੇਜ਼ ਕਰਨਾ ਸਟਾਰਟ ਕਰ ਦਿਓ। ਪਹਿਲੀ ਅਸਾਈਨਮੈਂਟ ਤੁਹਾਨੂੰ ਬਹੁਤ ਜ਼ਿਆਦਾ ਟਫ ਲੱਗੇਗੀ ਬਟ ਵਿਦ ਦੀ ਪੈਸੇਜ ਆਫ ਟਾਈਮ ਇਹਦੇ ਨਾਲ ਤੁਸੀਂ ਬਹੁਤ ਜ਼ਿਆਦਾ ਕੁਝ ਇੱਥੇ ਸਿੱਖੋਗੇ, ਪਲੱਸ ਤੁਹਾਡਾ ਕੌਨਫੀਡੈਂਸ ਵੀ ਬੂਸਟ ਹੋਊਗਾ। ਸੋ ਡੋਂਟ ਵਰੀ ਅਬਾਊਟ ਦੈਟ ਕਿ ਅਸੀਂ ਇਸ ਚੀਜ਼ ਨੂੰ ਕਿਵੇਂ ਕਰਾਂਗੇ। ਸੋ ਅਸੀਂ ਵੀ 1 ਈਅਰ ਸਰਵਾਈਵ ਕੀਤਾ ਹੈਗਾ ਇੱਥੇ, ਤੁਹਾਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ, ਸਭ ਕੁਝ ਹੋ ਜਾਊਗਾ। ਸਾਰੇ ਸਟੂਡੈਂਟਸ ਹੀ ਇੱਥੇ ਇੱਦਾਂ ਕਰਦੇ ਹੈਗੇ ਆ। ਇਸ ਤੋਂ ਇਲਾਵਾ ਤੁਸੀਂ ਵਰਡ ਹੁਣੀ ਸੁਣਿਆ ਹੋਊਗਾ ਇਨਰੋਲਮੈਂਟ। ਇਨਰੋਲਮੈਂਟ ਦਾ ਮਤਲਬ ਕੀ ਹੁੰਦਾ? ਇਨਰੋਲਮੈਂਟ ਦਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਹੁੰਦਾ ਕਿ ਜਦੋਂ ਆਪਾਂ ਕਿਸੇ ਵੀ ਕੋਰਸ ਦੇ ਵਿੱਚ ਐਡਮਿਸ਼ਨ ਲੈਂਦੇ ਆ, ਜਿਵੇਂ +2 ਦੇ ਵਿੱਚ ਐਡਮਿਸ਼ਨ ਲੈਂਦੇ ਆ ਤਾਂ ਉਦੋਂ ਆਪਾਂ ਨੂੰ ਪੁੱਛਦੇ ਆ ਨਾ ਕਿ ਮੈਡੀਕਲ ਲੈਣਾ, ਨੋਨ ਮੈਡੀਕਲ ਲੈਣਾ ਜਾਂ ਫਿਰ ਆਪਾਂ ਆਰਟਸ ਲੈਣਾ, ਤਾਂ ਉਹਦੇ ਵਿੱਚ ਆਪਾਂ ਨੂੰ ਸਬਜੈਕਟਸ ਚੂਜ਼ ਕਰਨੇ ਪੈਂਦੇ ਨੇ। ਉਸੇ ਤਰੀਕੇ ਦੇ ਨਾਲ ਇਹਨਾਂ ਕੋਰਸਿਸ ਦੇ ਸਬਜੈਕਟਸ ਹੁੰਦੇ ਨੇ ਜਿਹੜੇ ਆਪਾਂ ਚੂਜ਼ ਕਰਨੇ ਹੁੰਦੇ ਆ ਆਪਣੇ ਆਪ ਐਂਡ ਆਪਦੀ ਪਰਸਨਲ ਡਿਟੇਲਸ ਉਹਦੇ ਵਿੱਚ ਦੇਣੀਆਂ ਹੁੰਦੀਆਂ ਕਿ ਸਾਡਾ ਐਡਰੈਸ ਕੀ ਹੈਗਾ, ਉਹ ਸਾਰਾ ਕੁਝ। ਤਾਂ ਉਹਨੂੰ ਬੋਲਦੇ ਆ ਇਨਰੋਲਮੈਂਟ। ਉਹਦੇ ਵੀ ਇਹ ਟਾਈਮ ਪੀਰੀਅਡ ਹੁੰਦਾ ਕਿ ਆਪਾਂ ਇੰਨੇ ਟਾਈਮ ਤੋਂ ਇੰਨੇ ਟਾਈਮ ਦੇ ਵਿੱਚ ਇਨਰੋਲਮੈਂਟ ਕਰਨੀ ਹੁੰਦੀ ਆ। ਉਹਦੇ ਬੇਸ ਤੇ ਆਪਣੀ ਜਿਹੜੀ ਫੀਸ ਹੈਗੀ ਆ ਉਹ ਜਨਰੇਟ ਹੋ ਜਾਂਦੀ ਆ। ਇਸ ਤੋਂ ਇਲਾਵਾ ਜਿਹੜੀਆਂ ਕਲਾਸਿਸ ਨੇ ਉਹ ਇੱਥੇ ਕੀ ਹੁੰਦਾ ਕਿ 3 ਮਹੀਨੇ ਕਲਾਸਿਸ ਲੱਗਦੀਆਂ ਨੇ, ਇਸ ਤੋਂ ਬਾਅਦ 2 ਮਹੀਨਿਆਂ ਦੀ ਬ੍ਰੇਕ ਆ ਜਾਂਦੀ ਆ, ਫਿਰ ਐਂਡ ਤੇ ਬਸ 2 ਮਹੀਨੇ ਕਲਾਸਿਸ ਲੱਗਦੀਆਂ ਨੇ, ਫਿਰ ਇਸ ਤੋਂ ਬਾਅਦ ਬ੍ਰੇਕ ਆ ਜਾਂਦੀ ਆ, ਫਿਰ 3 ਮਹੀਨੇ ਕਲਾਸਿਸ ਲੱਗਦੀਆਂ ਨੇ। ਐਵੇਂ ਕਰਕੇ ਕੁੱਲ ਮਿਲਾ ਕੇ ਆਪਾਂ 12 ਮਹੀਨਿਆਂ ਦੇ ਵਿੱਚੋਂ 7 ਮਹੀਨੇ ਕਾਲਜ ਜਾਣਾ ਹੁੰਦਾ ਤੇ ਜਿਹੜੇ ਬਾਕੀ ਦੇ ਜਿੰਨੇ ਮਹੀਨੇ ਬਚ ਗਿਆ ਉਨੇ ਮਹੀਨੇ ਆਪਾਂ ਵਿਹਲੇ ਹੀ ਰਹਿੰਦੇ ਹੈਗੇ ਆ। ਤਾਂ ਇੱਥੋਂ ਦਾ ਐਜੂਕੇਸ਼ਨ ਸਿਸਟਮ ਇਹ ਹੈ ਕਿ ਥੋੜੇ ਕੁ ਟਾਈਮ ਬਾਅਦ ਕਦੇ ਈਸਟਰ ਦੀ ਬ੍ਰੇਕ ਆ ਗਈ, ਕਦੇ ਕ੍ਰਿਸਮਸ ਬ੍ਰੇਕ ਆ ਗਈ। ਹੁਣ ਮੇਰੀ ਨਵੰਬਰ ਦੇ ਵਿੱਚ ਜਿਹੜਾ ਸੈਕਿੰਡ ਸਮੈਸਟਰ ਕੰਪਲੀਟ ਹੋ ਗਿਆ ਸੀਗਾ, ਬਸ ਰਿਜ਼ਲਟਸ ਆਉਣੇ ਬਾਕੀ ਰਹਿ ਗਏ ਸੀ, ਮਤਲਬ ਯੂਨੀਵਰਸਿਟੀ ਨਹੀਂ ਜਾਣਾ ਸੀਗਾ। ਹੁਣ ਜਿਹੜਾ ਮੇਰਾ 3rd ਸਮੈਸਟਰ ਹੈਗਾ ਉਹ ਫੈਬ ਦੇ ਐਂਡ ਦੇ ਵਿੱਚ ਸਟਾਰਟ ਹੋਊਗਾ, ਮੀਨਸ 25th ਆਫ ਫੈਬਰਰੀ ਉਦੋਂ ਸਟਾਰਟ ਹੋਊਗਾ। ਤਾਂ ਤੁਸੀਂ ਦੇਖ ਸਕਦੇ ਹੋ ਨਵੰਬਰ ਦੇ ਵਿੱਚ ਕੰਪਲੀਟ ਹੋ ਗਿਆ ਸੀਗਾ, ਮਿਡ ਆਫ ਨਵੰਬਰ, ਜਾਂ ਤੁਸੀਂ ਦਸੰਬਰ ਤੋਂ ਸਟਾਰਟ ਕਰ ਲਓ। ਦਸੰਬਰ, ਜਨਵਰੀ, ਫੈਬਰਰੀ, ਮਤਲਬ ਇਹ 3 ਮਹੀਨੇ ਹੁਣ ਮੈਂ ਫ੍ਰੀ ਹੈਗੀ ਆ। ਤਾਂ ਇਸ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਮਤਲਬ ਫੁੱਲ ਟਾਈਮ ਵਰਕ ਕਰ ਸਕਦੇ ਹੈਗੇ ਹੋ। ਸੋ ਐਜੂਕੇਸ਼ਨ ਸਿਸਟਮ, ਪਹਿਲੀ ਚੀਜ਼ ਕਿ ਇੱਥੇ ਆਪਾਂ ਨੂੰ ਲੈਪਟਾਪ ਤੇ ਜ਼ਿਆਦਾ ਨਿਗਾਹ ਲਾਉਣੀ ਪੈਂਦੀ ਹੈਗੀ ਆ। ਸਾਰਾ ਕੁਝ ਮਤਲਬ ਹੈਂਡ ਰਿਟਨ ਫਾਰਮ ਦੇ ਵਿੱਚ ਛੱਡ ਕੇ ਆਪਾਂ ਨੂੰ ਥੋੜਾ ਲੈਪਟਾਪ ਬੇਸਡ ਹੋਣਾ ਪੈਂਦਾ, ਤਾਂ ਉਹਦੇ ਲਈ ਤੁਸੀਂ ਥੋੜਾ ਪ੍ਰਪੇਅਰ ਰਹੋ। ਸੈਕੰਡਲੀ ਅਸਾਈਨਮੈਂਟਸ ਦੇ ਲਈ ਥੋੜਾ ਜਿਹਾ, ਕਿਉਂਕਿ ਅਗਰ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਹੋ ਤਾਂ ਅਸਾਈਨਮੈਂਟਸ ਹੀ ਇੱਥੇ ਟਫ ਨੇ, ਹੋਰ ਕੁਝ ਨਹੀਂ, ਹੋਰ ਬਸ ਇੱਥੇ ਫੀਸ ਦੇਣੀ ਟਫ ਹੈਗੀ ਆ। ਤਾਂ ਉਹ ਵੀ ਤੁਸੀਂ ਆਰਾਮ ਨਾਲ ਕਰ ਸਕਦੇ ਹੈਗੇ ਹੋ। ਥਰਡਲੀ ਥੋੜਾ ਟਾਈਮ ਮੈਨੇਜ ਕਰਨਾ ਤੁਹਾਨੂੰ ਇੱਥੇ ਸਿੱਖਣਾ ਪਊਗਾ, ਕਿਉਂਕਿ ਕੰਮ ਤੇ ਵੀ ਜਾਣਾ ਹੁੰਦਾ, ਅਸਾਈਨਮੈਂਟਸ ਵੀ ਬਣਾਉਣੀਆਂ ਹੁੰਦੀਆਂ ਤੇ ਕਾਲਜ ਯੂਨੀ ਉੱਥੇ ਵੀ ਜਾਣਾ ਹੁੰਦਾ। ਤਾਂ ਉਹ ਟਾਈਮ ਤੁਸੀਂ ਪ੍ਰੋਪਰਲੀ ਮੈਨੇਜ ਕਰਨਾ ਐਂਡ ਜਿੰਨਾ ਹੋ ਸਕਦਾ ਹੈ ਰਿਲੈਕਸ ਰਹਿਣਾ, ਕੌਨਫੀਡੈਂਟ ਰਹਿਣਾ। ਹੁਣ ਜਦੋਂ ਤੁਸੀਂ ਇੱਥੋਂ ਤੱਕ ਆ ਹੀ ਗਏ ਹੋ ਤਾਂ ਅੱਗੇ ਵੀ ਸਾਰਾ ਕੁਝ ਕਰ ਸਕਦੇ ਹੈਗੇ ਹੋ। ਸੋ ਡੋਂਟ ਵਰੀ ਅਬਾਊਟ ਦੈਟ। ਇਸ ਤੋਂ ਇਲਾਵਾ ਅਗਰ ਤੁਸੀਂ ਕਿਸੇ ਵੀ ਟੀਚਰ ਨਾਲ ਕੰਟੈਕਟ ਕਰਨਾ ਹੈਗਾ, ਉਹ ਇੱਥੇ ਉਹ ਵੀ ਚੀਜ਼ ਬਿਲਕੁਲ ਡਿਫਰੈਂਟ ਹੈਗੀ ਆ ਕਿ ਕਿਸੇ ਵੀ ਟੀਚਰ ਨਾਲ ਤੁਸੀਂ ਕੋਈ ਇੱਦਾਂ ਫੋਨ ਕਾਲ ਨਹੀਂ ਕਰ ਸਕਦੇ ਹੈਗੇ ਯੂਨੀਵਰਸਿਟੀਜ਼ ਦੇ ਵਿੱਚ। ਤਾਂ ਉਹਦੇ ਲਈ ਕੀ ਕਰਨਾ, ਜਿਹੜੀ ਐਪ ਆਪਣੀ ਬਣੀ ਹੁੰਦੀ ਆ ਉਸੇ ਐਪ ਦੇ ਵਿੱਚ ਹੀ ਈਮੇਲ ਵਾਲਾ ਸੈਕਸ਼ਨ ਵੀ ਹੁੰਦਾ ਜਿਹਦੇ ਵਿੱਚ ਆਪਾਂ ਨੂੰ ਯੂਨੀਵਰਸਿਟੀਜ਼ ਵੱਲੋਂ ਈਮੇਲਸ ਵੀ ਆਉਂਦੀਆਂ ਨੇ ਐਂਡ ਜਿਹਦੇ ਵਿੱਚ ਟੀਚਰਸ ਵੀ ਜਿਹੜੇ ਨੇ ਉਹ ਵੀ ਆਪਾਂ ਨੂੰ ਈਮੇਲ ਕਰਦੇ ਨੇ ਅਗਰ ਅਸਾਈਨਮੈਂਟਸ ਦੇ ਰਿਗਾਰਡਿੰਗ ਕੁਝ ਹੁੰਦਾ ਜਾਂ ਕਲਾਸ ਦਾ ਕੋਈ ਚੇਂਜ ਹੁੰਦਾ, ਕੋਈ ਵੀ ਅਗਰ ਟਾਈਮਿੰਗ ਵਗੈਰਾ ਚੇਂਜ ਹੁੰਦੀ ਆ ਤਾਂ ਉਹਦੇ ਵਿੱਚ ਹੀ ਉਹ ਸਾਰਾ ਕੁਝ ਆਉਂਦਾ ਹੈਗਾ। ਤਾਂ ਉਹਦੇ ਵਿੱਚ ਆਪਾਂ ਨੂੰ ਕੀ ਕਰਨਾ ਪੈਂਦਾ ਕਿ ਸਾਰਾ ਪ੍ਰੋਪਰ ਆਪਦਾ
स्टूडेंट आईडी नंबर लिख के कोर्स लिख के फिर ਆਪਾਂ ਨੂੰ ਅਗਰ ਕੋਈ ਵੀ ਕੁਐਸਚਨ ਆਪਾਂ ਪੁੱਛਣਾ ਹੈਗਾ ਤਾਂ ਆਪਾਂ ਉਹਨਾਂ ਨੂੰ ਈਮੇਲ ਕਰਨੀ ਪੈਂਦੀ ਆ, ਫਿਰ ਉਹ ਈਮੇਲ ਦਾ ਰਿਪਲਾਈ ਕਰਦੇ ਆ, ਤਾਂ ਇਸ ਤਰੀਕੇ ਦੇ ਨਾਲ ਆਪਾਂ ਨੂੰ ਕੰਟੈਕਟ ਕਰਨਾ ਪੈਂਦਾ। ਸੋ ਇਸ ਲਈ ਜਦੋਂ ਵੀ ਤੁਹਾਡੇ ਕੋਈ ਵੀ ਕਲਾਸ ਲੱਗਦੀ ਆ ਤਾਂ ਪਹਿਲਾਂ ਕਲਾਸ ਦੇ ਵਿੱਚ ਹੀ ਤੁਸੀਂ ਆਪਦੇ ਸਾਰੇ ਡਾਊਟਸ ਕਲੀਅਰ ਕਰਕੇ ਆਉਣੇ ਨੇ। ਸੈਕੰਡਲੀ ਕਲਾਸ ਦੇ ਵਿੱਚ ਹੀ ਕੋਸ਼ਿਸ਼ ਕਰਨੀ ਹੈ ਕਿ ਆਪਦਾ ਜ਼ਿਆਦਾ ਤੋਂ ਜ਼ਿਆਦਾ ਕੰਮ ਕੰਪਲੀਟ ਕਰਕੇ ਆਉਣਾ ਹੈਗਾ। ਤਾਂ ਉਸ ਟਾਈਮ ਦੇ ਉੱਪਰ ਜਿੰਨੇ ਵੀ ਤੁਹਾਡੇ ਇੰਪੋਰਟੈਂਟ ਨੋਟਸ ਨੇ, ਇਸ ਲਈ ਮੈਂ ਤੁਹਾਨੂੰ ਕਹਿ ਰਹੀ ਹਾਂ ਅਗਰ ਤੁਸੀਂ ਫਸਟ ਡੇ ਤੋਂ ਹੀ ਆਪਦਾ ਪਹਿਲਾਂ ਅਸਾਈਨਮੈਂਟਸ ਨੂੰ ਲੈ ਕੇ, ਅਗਰ ਤੁਹਾਡੇ ਐਗਜ਼ਾਮਸ ਹੋਣੇ ਨੇ ਉਹ ਵੀ ਲਾਈਕ ਡਿਫਰੈਂਟ ਗੱਲ ਹੈ, ਬਟ ਅਸਾਈਨਮੈਂਟਸ ਵੀ ਤੁਹਾਨੂੰ ਬਣਾਉਣੀਆਂ ਪੈਣਗੀਆਂ। ਅਗਰ ਤੁਸੀਂ ਅਸਾਈਨਮੈਂਟਸ ਨੂੰ ਸਟਾਰਟਿੰਗ ਦੇ ਵਿੱਚ ਹੀ ਆਪਦਾ ਕਲਾਸ ਦੇ ਵਿੱਚ ਦੇਖ ਲੈਂਦੇ ਹੋ ਕਿ ਸਾਨੂੰ ਕੀ ਕੁਛ ਚਾਹੀਦਾ ਹੈਗਾ ਐਂਡ ਉਦੋਂ ਤੋਂ ਹੀ ਨੋਟਸ ਬਣਾਉਣ ਲੱਗ ਦਿੰਦੇ ਹੋ ਰਫਲੀ, ਫਿਰ ਤੁਹਾਨੂੰ सेम टाइम पे असाइनमेंट लिखनी बहुत ही ज़्यादा ईजी हो जूगी। सो बेसिकली असाइनमेंट्स का मेन पर्पस यही है कि तुहानू बस पैराफ्रेजिंग आनी चाहिए है, दैट्स इट। अगर तुसी कंटेंट नू पैराफ्रेज कर सकते हो दैट मीनस तुसी सारा कुछ कर सकते हैगे हो, क्योंकि नैट के उपर जिन्ना मर्जी डाटा तुसी कट सकते हो, बट इट्स इंपॉर्टेंट टू नो लाइक हाउ टू पैराफ्रेज, दैट्स इट। सो ये सारा कुछ वैसे आप आयल्स के विच सीखिया ही है राइटिंग टास्क 2 दे विच, सो वो आयल्स नू तुसी इत्थे यूज़ कर सकते हैगे हो। सो दैट्स ऑल अबाउट टुडेज़ वीडियो। आई होप कि तुहानू ये वीडियो वधिया लगी होगी तो तुहानू आइडिया हो गया होगा कि एजुकेशन सिस्टम इत्थों दा किवें दा हैगा ते तुसी किवें मतलब कि ये सारियां चीज़ां नाल डील कर सकते हैगे हो। सो दैट्स ऑल अबाउट टुडेज़ वीडियो। आई होप यू लाइक वॉचिंग दिस वीडियो। इफ यू लाइक then don't forget to like, share and subscribe to my YouTube channel. So bye.